You are listening to the online streaming service from Emmanuel Church, Handsworth, Birmingham, UK. ਓਕੇ, ਜਦੋਂ ਇਹ ਮੀਟਿੰਗ ਸ਼ੁਰੂ ਕਰ ਰਹੇ ਹਾਂ ਆਨਲਾਈਨ ਸਰਵਿਸ, ਸਭ ਤੋਂ ਪਹਿਲਾਂ ਮਾਫੀ ਚਾਹੁੰਦਾ ਕਿ ਮੈਂ ਪਿਛਲੇ ਹਫਤੇ ਜੋ ਲੀਡਿੰਗ ਦਾ ਸਮਾਂ ਸੀਗਾ ਉਹ ਜ਼ਿਆਦਾ ਲੈ ਲਿਆ। ਤਕਰੀਬਨ 10 ਮਿੰਟ ਹੁੰਦੇ ਆ ਸਾਰਾ ਕੁਝ ਕਰਨ ਨੂੰ, ਪਰ ਅੱਜ ਕੋਸ਼ਿਸ਼ ਕਰਾਂਗੇ ਕਿ 10 ਮਿੰਟ ਦੇ ਵਿੱਚ ਸਾਰਾ ਕੁਝ ਹੋ ਜਾਵੇ। ਜੋ ਵੀ ਇਸ ਆਨਲਾਈਨ ਸਰਵਿਸ ਜੋ ਮੈਨੂੰ ਚਰਚ 'ਚ ਸ਼ੁਰੂ ਹੋ ਰਹੀ ਆ ਉਹ 'ਚ ਸ਼ਾਮਲ ਹੋ ਰਹੇ ਆ, ਜੋ ਮੰਡਲੀ ਦੇ ਭੈਣ ਭਾਈ ਹੈਗੇ ਆਉਂਦੇ, ਉਹਨਾਂ ਦਾ ਸਾਰਿਆਂ ਦਾ ਨਿੱਘਾ ਸਵਾਗਤ ਕਰਦੇ ਹਾਂ। ਔਰ ਖਾਸ ਕਰ ਅਗਰ ਕੋਈ ਸਾਡੇ ਵਿਚਕਾਰ 'ਚ ਪਹਿਲੀ ਵਾਰੀ ਸ਼ਾਮਲ ਹੋ ਰਿਹਾ ਹੋਵੇ ਤਾਂ ਉਹਨਾਂ ਅਸੀਂ ਜੀ ਆਇਆਂ ਆਖਦੇ ਹਾਂ। ਜੋ ਇੱਕ ਐਤ ਪ੍ਰਭੂ ਦੇ ਵਚਨ 'ਚੋਂ ਦੇਖਦੇ ਹਾਂ, ਔਰ ਜ਼ਬੂਰ 116 ਉਹਦੀ 7 ਐਤ, ਔਰ ਇੱਥੇ ਜ਼ਬੂਰ ਲਿਖਣ ਵਾਲਾ ਜ਼ਿਆਦਾ ਦਾਊਦ ਬਾਦਸ਼ਾਹ ਕਹਿੰਦੇ ਆ ਕਿ ਉਹਦਾ ਹੈ। ਔਰ 7ਵੀਂ ਐਤ, ਹੇ ਮੇਰੀ ਜਾਨ ਆਪਣੇ ਟਿਕਾਣੇ ਨੂੰ ਮੁੜ ਚੱਲ, ਯਹੋਵਾ ਨੇ ਤੇਰੇ ਉੱਤੇ ਪਰਉਪਕਾਰ ਜੋ ਕੀਤਾ ਹੈ। ਇੱਥੇ ਜਦੋਂ ਗੱਲ ਕਰਦਾ ਜ਼ਬੂਰ ਲਿਖਣ ਵਾਲਾ ਕਿ ਹੇ ਮੇਰੀ ਜਾਨ, ਮਤਲਬ ਕਿ ਉਹ ਆਪਣੇ ਵਜੂਦ ਨੂੰ ਉਹ ਤਸੱਲੀ ਦਿੰਦਾ ਆ। ਉਹ ਕਹਿੰਦਾ ਆ ਕਿ ਪਰਮੇਸ਼ਰ ਦੇ ਹਜ਼ੂਰ ਮੁੜ ਉਹਦੇ ਵੱਲ ਦੇਖ, ਉਹਨੇ ਪਰਉਪਕਾਰ ਮਤਲਬ ਕਿ ਤੇਰੇ ਨਾਲ ਉਹਨੇ ਇੰਨੀ ਭਲਾਈ ਕੀਤੀ ਆ ਕਿ ਉਹਨੇ ਆਪਣੇ ਪੁੱਤਰ ਨੂੰ ਇਸ ਦੁਨੀਆ ਵਿੱਚ ਭੇਜ ਕੇ ਇਨਸਾਨੀਅਤ ਵਾਸਤੇ ਜੋ ਪਿਆਰ ਦਾ, ਜੋ ਮੁਕਤੀ ਦਾ, ਮਾਫੀ ਦਾ ਕੰਮ ਸੀਗਾ, ਉਹਦਾ ਕਰਕੇ ਹੁਣ ਤੂੰ ਆਪਣੇ ਪਰਮੇਸ਼ਰ ਦੇ ਹਜ਼ੂਰ ਜਾ ਸਕਦਾ ਆ, ਉਹਨੂੰ ਧੰਨਵਾਦ ਦੇ ਸਕਦਾ ਆ ਔਰ ਉਹਦੀ ਹਮਦੋ ਤਾਰੀਫ ਕਰ ਸਕਦਾ ਆ। ਸੋ ਇਸ ਐਤ ਨੂੰ ਯਾਦ ਰੱਖਦੇ ਹੋਏ ਅਸੀਂ ਜੋ ਪਹਿਲਾ ਗੀਤ ਆਊਗਾ ਸਕਰੀਨ 'ਤੇ, ਉਹ ਰਲ ਕੇ ਪ੍ਰਭੂ ਦੀ ਮਹਿਮਾ ਦੇ ਵਾਸਤੇ ਸਾਰੇ ਅਸੀਂ ਗਾਵਾਂਗੇ। जल्दी आ
ਸੁਖ ਜਲਦੀਆ। ਹੁਣ ਅਸੀਂ ਪ੍ਰਭੂ ਦੇ ਅੱਗੇ ਪ੍ਰਾਰਥਨਾ ਵਿੱਚ ਆਉਣਾ ਹੈ। ਸਵਰਗੀ ਪਿਤਾ ਜਿੰਦਾ ਪਰਮੇਸ਼ਰ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪਰ ਜੀ ਸੱਚਮੁੱਚ ਤੁਸੀਂ ਭਲੇ ਪਰਮੇਸ਼ਰ ਆ, ਔਰ ਜੋ ਤੁਸੀਂ ਇੰਤਜ਼ਾਮ ਕਰਦੇ ਆ ਇਨਸਾਨ ਦੇ ਵਾਸਤੇ ਹਰ ਇੱਕ ਦਿਨ ਮਾਫੀ ਦਾ, ਔਰ ਅੱਜ ਵੀ ਜੋ ਸਾਡੀਆਂ ਕਮੀਆਂ ਕਮਜ਼ੋਰੀਆਂ ਸਾਡੇ ਪਾਪ ਗੁਨਾਹ ਤੁਸੀਂ ਜਾਣਦੇ ਆ, ਔਰ ਸਾਨੂੰ ਤੁਸੀਂ ਬਣਾਇਆ ਮਿੱਟੀ ਤੋਂ, ਔਰ ਫਿਰ ਜੇ ਤੁਸੀਂ ਸਾਨੂੰ ਆਪਣੀ ਦਇਆ ਭਲਾਈ 'ਚ ਸੰਭਾਲ ਕੇ ਆਪਣੇ ਨਾਲ ਲਈ ਜਾਂਦੇ ਆ। ਭਾਈ ਜੀ ਸ਼ੁਕਰ ਤੁਹਾਡਾ, ਧੰਨਵਾਦ ਕਰਦੇ ਹਾਂ ਦੇ ਸੁਬਾਹ ਦਾ ਔਰ ਅੱਜ ਦੇ ਇੰਤਜ਼ਾਮ ਦਾ। ਹਰ ਇੱਕ ਗੱਲ ਵਿੱਚ ਤੁਹਾਡੇ ਵੱਲ ਤੱਕਦੇ ਹਾਂ। ਇਹਨਾਂ ਦਿਨਾਂ ਵਿੱਚ ਭਾਜੀ ਜੋ ਦੁਨੀਆ ਦੀ ਹਾਲਾਤ ਆ ਇਸ ਵੇਲੇ, ਔਰ ਖਾਸ ਕਰ ਕਈ ਮੁਲਕਾਂ ਦੇ ਵਿੱਚ ਭਾਜੀ ਜੋ ਕਰੋਨਾ ਵਾਇਰਸ ਦਾ ਕੰਮ ਜੋ ਬਹੁਤ ਜ਼ਿਆਦਾ ਖਰਾਬ ਹੋ ਰਿਹਾ, ਕੇਸਿਸ ਵੀ, ਮੌਤਾਂ ਵੀ ਹੋ ਰਹੀਆਂ, ਔਰ ਖਾਸ ਕਰ ਭਾਜੀ ਇਸ ਵੇਲੇ ਜੋ ਇੰਡੀਆ ਦੀ ਹਾਲਤ ਆ ਉੱਥੇ ਸਾਡੇ ਜੋ ਜਾਣ ਪਛਾਣ ਵਾਲੇ ਰਿਸ਼ਤੇਦਾਰ ਉਹਨਾਂ ਦੇ ਵਾਸਤੇ ਪ੍ਰਾਰਥਨਾ ਕਰਦੇ ਹਾਂ। ਔਰ ਖਾਸ ਕਰ ਭਾਈ ਅਤਲ ਪ੍ਰਿਆ ਦੇ ਰਿਸ਼ਤੇਦਾਰ ਉਹਨਾਂ ਦੀ ਮਮ ਵਾਸਤੇ, ਗ੍ਰੈਂਡ ਡੈਡ ਲਈ ਜਦੋਂ ਹੌਸਪੀਟਲ ਦੇ ਵਿੱਚ ਆ। ਡੋਨਾ ਮਰੇਸਾ ਬਾਰੇ ਸੁਣਿਆ, ਉਹ ਵੀ ਪੋਜ਼ੀਟਿਵ ਪਾਏ ਗਏ। ਔਰ ਭੈਣ ਗੀਤਾ ਦਾ ਪਰਿਵਾਰ, ਉਹਨਾਂ ਨੂੰ ਯਾਦ ਕਰਦੇ ਹਾਂ। ਮਾਈਕਲ ਭਾਈ ਦਾ ਕੱਲ੍ਹ ਨੂੰ ਜਦੋਂ ਫਿਊਨਰਲ ਜਨਾਜ਼ਾ ਜੋ ਵੀ ਹੈ, ਪਰ ਜੀ ਤੁਸੀਂ ਪਰਿਵਾਰ ਨੂੰ ਇਸ ਵੇਲੇ ਜਾਣਦੇ ਆ, ਤੁਹਾਡੇ ਹਜ਼ੂਰ ਲੈ ਕੇ ਆਉਂਦੇ ਆ, ਔਰ ਤੁਸੀਂ ਤਸੱਲੀ ਦੇਣ ਵਾਲੇ ਪਰਮੇਸ਼ਰ ਆ। ਸੋ ਸਾਰੇ ਪਰਿਵਾਰ ਨੂੰ ਤੁਹਾਡੇ ਹਜ਼ੂਰ ਲਿਆਉਂਦੇ ਆ। ਜੋ ਰੋਸ਼ਨ ਵਾਸਤੇ ਭੈਣ ਕਮਲਜੀਤ ਉਹਨਾਂ ਦਾ ਭਾਈ ਜੋ ਆਕਸੀਜਨ ਇੰਡੀਆ ਦੇ ਵਿੱਚ, ਉਹਦੇ ਵਾਸਤੇ ਵੀ, ਔਰ ਜੋ ਵੀ ਦੁਨੀਆ ਦੇ ਇਕੱਲੇ ਇਕੱਲੇ ਮੁਲਕ ਵਾਸਤੇ, ਔਰ ਇੰਗਲੈਂਡ ਵਾਸਤੇ ਪਰ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਜੋ ਇੱਥੇ ਕਾਫੀ ਹਾਲਾਤ ਅੱਛੇ ਹੋਏ ਆ, ਔਰ ਇਹ ਇਸ ਕੌਮ ਵਾਸਤੇ ਕਿ ਕੌਮ ਤੁਹਾਡੇ ਵੱਲ ਦੇਖੇ। ਸ਼ੁਕਰਗੁਜ਼ਾਰੀ ਪਰ ਜੀ ਦਿਲੋਂ ਇਹ ਕੌਮ ਕਰੇ ਔਰ ਤੁਹਾਡੇ ਵੱਲ ਮੁੜਨ, ਔਰ ਹਰ ਇੱਕ ਬਰਕਤ ਦਾ ਪਰ ਜੀ ਧੰਨਵਾਦ ਕਰਨ ਵਾਲੇ ਹੋਣ। ਔਰ ਬਾਕੀ ਦੀਆਂ ਜੋ ਜ਼ਰੂਰਤਾਂ ਉਹਨਾਂ ਨੂੰ ਵੀ, ਭੈਣ ਗੀਤਾ ਬੇਨਸ ਉਹਨਾਂ ਦੀ ਮਮ ਦੀ ਸਰਜਰੀ ਹਿੱਪ ਦੀ ਹੋਈ ਆ, ਕਿਰਨ ਦੀ ਮਮ ਦੀ ਉਹਨਾਂ ਦੇ ਵੀ ਇਹੀ, ਔਰ ਆਸ਼ੀਸ਼ ਜਦੋਂ ਉਹਦੇ ਪੈਰ 'ਤੇ ਸੱਟ ਲੱਗੀ, ਜੋ ਪ੍ਰਕਾਸ਼ੋ ਇੰਡੀਆ ਵਿੱਚ ਭਾਈ ਜੱਜ ਉਹਨਾਂ ਦੇ ਰਿਸ਼ਤੇਦਾਰ, ਉਹਨਾਂ ਦੇ ਵਾਸਤੇ ਜੋ ਉਹਨਾਂ ਦੀ ਸਿਹਤ ਆ। ਮੌਜ਼ਿਸ ਜੋ ਸੁਣਿਆ ਜੋ ਹਾਲੇ ਛੋਟਾ ਬੱਚਾ ਹੀ ਆ, ਭਾਈ ਧਰਮ ਉਹਨਾਂ ਦੇ ਦੋਸਤ ਉਹਨਾਂ ਦਾ ਪ੍ਰਭੂ ਜੀ, ਉਹਦੇ ਵਾਸਤੇ ਜੋ ਹੈ ਕਿ ਕਿੰਨਾ ਪ੍ਰਭੂ ਜੀ ਛੋਟੀ ਉਮਰ ਦੇ ਵਿੱਚ ਜੋ ਓਪਨ ਹਾਰਟ ਸਰਜਰੀ ਹੋਈ, ਉਹਨਾਂ ਨੂੰ ਤੁਹਾਡੇ ਹਜ਼ੂਰ। ਔਰ ਸਭ ਤੋਂ ਵੱਡੀ ਗੱਲ, ਕੋਈ ਅਗਰ ਤੁਹਾਡੀ ਮੁਕਤੀ ਨੂੰ ਨਹੀਂ ਜਾਣਦਾ ਇਸ ਸਮੇਂ ਪਰ ਜੀ ਤੁਹਾਡੇ ਵੱਲ ਉਹ ਆਤਮਿਕ ਤੌਰ 'ਤੇ ਵੀ ਮੁੜ ਸਕਣ। ਔਰ ਅੱਜ ਦਾ ਜੋ ਵਚਨ ਆ ਜੋ ਪ੍ਰਭੂ ਜੀ ਤੁਹਾਡੇ ਖੋਲ੍ਹੇ ਜਾਣ ਆਪਣੇ ਦਾਸ ਨੂੰ, ਔਰ ਮੀਟਿੰਗ ਜੋ ਲੀਡ ਕਰਨ ਵਿੱਚ, ਜੋ ਤਰਜਮਾ ਕਰਨ ਵਿੱਚ, ਹਰ ਗੱਲ ਨੂੰ ਤੁਹਾਡੇ ਹਜ਼ੂਰ ਲੈ ਕੇ ਆਉਂਦੇ ਹਾਂ। ਤੁਸੀਂ ਪਰ ਜੀ ਇਸ ਸਮੇਂ ਨੂੰ ਬਰਕਤ ਦੇਣੀ ਮੰਗਦੇ ਹਾਂ। ਸਾਰਾ ਕੁਛ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ, ਆਮੀਨ। ਹੁਣ ਜੋ ਇਸ ਹਫ਼ਤੇ ਦੇ ਐਲਾਨ ਹੈਗੇ ਤੁਸੀਂ ਸੁਣਨਾ। ਅੱਜ ਸ਼ਾਮ ਨੂੰ ਜਿਸ ਤਰ੍ਹਾਂ ਸ਼ੁਰੂ ਕੀਤਾ ਹੋਇਆ 5 ਵਜੇ ਬਿਲਡਿੰਗ ਦੇ ਵਿੱਚ ਮਿਲਣਾ, ਔਰ ਤੈਨੂੰ ਪਤਾ ਕਿ ਜੋ ਪਹਿਲਾਂ ਜ਼ੂਮ 'ਤੇ ਮੀਟਿੰਗ ਹੁੰਦੀ ਸੀ ਉਹ ਹੁਣ ਨਹੀਂ ਹੁੰਦੀ, ਉਹ ਬੰਦ ਕੀਤੀ ਹੋਈ ਆ। ਸੋ ਮਿਹਰਬਾਨੀ ਕਰਕੇ ਇਹਦੇ ਵਿੱਚ ਸ਼ਾਮਲ ਹੋਵੋ, ਟਾਈਮ ਸਿਰ ਆਵੋ, ਔਰ ਥੋੜ੍ਹਾ ਜਿਹਾ ਪਹਿਲਾਂ, ਕਿਉਂਕਿ ਉੱਥੇ ਰਜਿਸਟਰ ਵਗੈਰਾ ਰੱਖਿਆ ਹੁੰਦਾ, ਨਾਂ ਲਿਖਣੇ ਪੈਂਦੇ ਆ। ਮੰਗਲਵਾਰ ਨੂੰ ਜੋ ਭੈਣ ਭਾਈ ਪੰਜਾਬੀ ਦੇ ਵਿੱਚ ਪ੍ਰਾਰਥਨਾ ਕਰਦੇ ਹੁੰਦੇ ਆ ਉਹਨਾਂ ਦੇ ਵਾਸਤੇ ਹੋਊਗੀ ਜ਼ੂਮ ਦੇ ਉੱਤੇ ਘਰ ਜਿਸ ਤਰ੍ਹਾਂ ਕਰਦੇ ਹਾਂ। ਬੁੱਧਵਾਰ ਨੂੰ 7 ਵਜੇ ਜੋ ਇੰਗਲਿਸ਼ ਪ੍ਰੇਅਰ ਮੀਟਿੰਗ ਹੁੰਦੀ ਭੈਣਾਂ ਭਾਈਆਂ ਵਾਸਤੇ ਉਹ ਹੋਊਗੀ। ਸੈਟਰਡੇ ਵਾਲੇ ਦਿਨ 11 ਵਜੇ ਜੋ ਬੱਚਿਆਂ ਦਾ ਸੰਡੇ ਸਕੂਲ ਆ ਉਹ ਹੋਊਗਾ, ਔਰ ਉਹਦੇ ਵਿੱਚ ਬੱਚੇ ਸ਼ਾਮਲ ਹੋਣ, ਮਾਪਿਆਂ ਦੀ ਖਾਸ ਜ਼ਿੰਮੇਵਾਰੀ ਆ। ਐਤਵਾਰ ਨੂੰ ਹਾਲੇ ਇਸ ਸਮੇਂ ਦੇ ਵਿੱਚ ਥੋੜ੍ਹੇ ਹਫ਼ਤੇ ਹੋਰ ਜੋ ਔਨਲਾਈਨ ਸਰਵਿਸ ਆ 11 ਵਜੇ ਪ੍ਰਭੂ ਦੀ ਮਰਜ਼ੀ ਨਾਲ ਅਸੀਂ ਕਰਾਂਗੇ, ਔਰ ਅਗਲੇ ਐਤਵਾਰ ਸ਼ਾਮ ਨੂੰ 5 ਵਜੇ ਜੋ ਮੀਟਿੰਗ ਬਿਲਡਿੰਗ ਦੇ ਵਿੱਚ ਅਸੀਂ ਰਲ ਕੇ ਕਰਾਂਗੇ। ਬਾਕੀ ਜੋ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਭੂ ਦੀ ਮਰਜ਼ੀ ਨਾਲ ਹਾਲਾਤ ਠੀਕ ਹੋ ਰਹੇ ਆ। 17 ਮਈ ਤੋਂ ਬਾਅਦ ਜਿਸ ਤਰ੍ਹਾਂ ਤਿਆਰੀ ਹੋ ਰਹੀ ਹੈ ਕਿ ਜੋ ਔਨਲਾਈਨ ਸਰਵਿਸਿਸ ਸੁਬਾਹ ਦੀ ਉਹ ਵੀ ਬੰਦ ਕੀਤੀ ਜਾਊਗੀ, ਅਤੇ ਅਸੀਂ ਜਿਸ ਤਰ੍ਹਾਂ ਪਹਿਲਾਂ ਮਿਲਦੇ ਸੀ ਬਿਲਡਿੰਗ ਦੇ ਵਿੱਚ ਅਸੀਂ ਇਕੱਠੇ ਹੋਵਾਂਗੇ ਸੁਬਾਹ ਸ਼ਾਮੀ,
ਔਰ ਇਹੀ ਹੁਣ ਕਹਿ ਸਕਦੇ ਹਾਂ ਕਿ ਆਪਾਂ ਖਿਆਲ ਰੱਖਣਾ ਆ, ਪਰ ਡਰ ਕੇ ਘਰਾਂ ਦੇ ਵਿੱਚ ਨਹੀਂ ਬੈਠੇ ਰਹਿਣਾ ਕਿ ਹਾਂ ਕਿ ਪਤਾ ਨਹੀਂ। ਇੱਥੇ ਬਹੁਤ ਸਾਰਾ ਕੁਝ ਜੋ ਗੈਪ ਚੇਅਰਾਂ ਦੇ ਵਿੱਚ, ਬਾਕੀ ਹੋਰ ਵੀ ਕਾਫੀ ਕੁਛ, ਸਾਰਾ ਕੁਛ ਇੰਤਜ਼ਾਮ ਕੀਤਾ ਹੋਇਆ। ਔਰ 21 ਜੂਨ ਜੋ ਗੌਰਮੈਂਟ ਦਾ ਪਲਾਨ ਹੈਗਾ ਆ, ਉਮੀਦ ਕਰਦੇ ਹਾਂ ਕਿ ਸਾਰਾ ਕੁਛ ਜੋ ਠੀਕ ਹੋ ਜਾਊਗਾ ਅਤੇ ਕਾਫੀ ਹਾਲਾਤ ਅੱਛੇ ਹੋ ਜਾਣਗੇ। ਅਗਰ ਕੋਈ ਤੁਸੀਂ ਨਹੀਂ ਤੈਨੂੰ ਪਤਾ ਲੱਗਾ ਜਾਂ ਕੋਈ ਚੇਤਾ ਭੁੱਲ ਜਾਓ, ਤਾਂ ਕਦੀ ਵੀ ਵੈਬਸਾਈਟ 'ਤੇ ਜਾ ਕੇ ਚਰਚ ਦੇ ਅਤੇ ਤੁਸੀਂ ਇਹ ਸਾਰੀ ਕੁਛ ਇਨਫੋਰਮੇਸ਼ਨ ਉੱਥੋਂ ਲੈ ਸਕਦੇ ਹਾਂ। ਅੱਜ ਪ੍ਰਭੂ ਦਾ ਵਚਨ ਪੜ੍ਹਨਾ ਅਸੀਂ ਪੁਰਾਣੇ ਨੇਮ ਜੋ ਕਿਤਾਬ ਲਾਗੇ ਚੱਲ ਜਾਂਦੀ ਆ ਨਵੇਂ ਨੇਮ ਦੇ, ਹਜਈ ਦੀ ਕਿਤਾਬ, ਉਹਦਾ ਪਹਿਲਾ ਅਧਿਆਏ 1 ਤੋਂ 5 ਆਇਤ। ਹਜਈ ਉਹਦਾ ਪਹਿਲਾ ਅਧਿਆਏ 1 ਤੋਂ 5 ਆਇਤ ਅਸੀਂ ਪੜ੍ਹਾਂਗੇ। ਦਾਰਾ ਪਾਤਸ਼ਾਹ ਦੇ ਦੂਜੇ ਵਰ੍ਹੇ 6ਵੇਂ ਮਹੀਨੇ ਦੀ ਪਹਿਲੀ ਤਰੀਕ ਨੂੰ ਯਹੂਦਾ ਦੇ ਹਾਕਮ ਸ਼ਲੀਤਏਲ ਦੇ ਪੁੱਤਰ ਜ਼ਰੁਬਾਬਲ ਕੋਲ ਅਤੇ ਯਸ਼ੋਦਾਦਾਕ ਦੇ ਪੁੱਤਰ ਯਸ਼ਾਇਆ ਮਹਾਜਾਜਕ ਕੋਲ ਯਹੋਵਾ ਦੀ ਬਾਣੀ ਹਜਈ ਨਬੀ ਦੇ ਰਾਹੀਂ ਪੁੱਜੀ ਕਿ ਸੈਨਾ ਦਾ ਯਹੋਵਾ ਇਉਂ ਆਖਦਾ ਹੈ, ਇਹ ਲੋਕ ਕਹਿੰਦੇ ਹਨ ਕਿ ਅਜੇ ਯਹੋਵਾ ਦੇ ਭਵਨ ਦਾ ਬਣਾਉਣ ਦਾ ਵੇਲਾ ਨਹੀਂ ਆਇਆ। ਤਾਂ ਯਹੋਵਾ ਦੀ ਬਾਣੀ ਹਜਈ ਨਬੀ ਦੇ ਰਾਹੀਂ ਆਈ ਕਿ ਭਲਾ ਇਹ ਕੋਈ ਸਮਾਂ ਹੈ ਕਿ ਤੁਸੀਂ ਆਪਣੇ ਛੱਤੇ ਹੋਏ ਕੋਠਿਆਂ ਵਿੱਚ ਰਹੋ, ਜਦ ਕਿ ਇਹ ਭਵਨ ਬਰਬਾਦ ਪਿਆ ਹੈ। ਹੁਣ ਸੈਨਾ ਦਾ ਯਹੋਵਾ ਇਉਂ ਆਖਦਾ ਹੈ ਕਿ ਤੁਸੀਂ ਆਪਣੇ ਚਾਲੇ ਉੱਤੇ ਧਿਆਨ ਦਿਓ। ਆਮੀਨ। ਪ੍ਰਭੂ ਇਹਨਾਂ ਨੂੰ ਵਚਨਾਂ ਨੂੰ ਬਰਕਤ ਦੇਵੇ। ਇਸ ਤੋਂ ਪਹਿਲਾਂ ਕਿ ਪ੍ਰਭੂ ਦਾ ਦਾਸ ਆ ਕੇ ਇਹਨਾਂ ਵਚਨਾਂ ਨੂੰ ਖੋਲ੍ਹਣ, ਅਸੀਂ ਰਲ ਕੇ ਜੋ ਗੀਤ ਸਕਰੀਨ 'ਤੇ ਆਊਗਾ ਉਹਦੇ ਵਿੱਚ ਸ਼ਾਮਲ ਹੋਵਾਂਗੇ। Jesus is Lord, the cry that echoes through creation, resplendent power, eternal power, the Son of God, the King whose glory fills the heavens, yet bids us come to taste this living bread. Jesus is Lord, whose voice sustains the stars and planets, yet in his wisdom made aside his crown. Jesus the man who washed our feet to bore our suffering, became a curse to bring salvation's blood. Jesus is Lord, the tomb is gloriously empty, not even death could crush this King of love. The price is paid, the chains are loosed, and we're forgiven, and we can run into the arms of God. Jesus is Lord, a shout of joy, a cry of anguish, as he returns and every knee bows low. Then every eye and every heart will see his glory. The judge of all will take his children home. There was a husband who hinted to his wife what he wanted for his 40th birthday.
ਇੱਕ ਪਤੀ ਸੀਗਾ ਜਿਹਨੇ ਆਪਣੀ ਪਤਨੀ ਨੂੰ ਇਸ਼ਾਰਾ ਕੀਤਾ ਕਿ ਮੈਨੂੰ ਆਪਣੇ 40ਵੇਂ ਬਰਥਡੇ ਤੇ ਤੋਹਫਾ ਕੀ ਚਾਹੀਦਾ। He said to her, I want something shiny that travels from 0 to 150 in a few seconds. ਕਹਿੰਦੇ ਕਿ ਮੈਨੂੰ ਚਮਕਦਾਰ ਚੀਜ਼ ਚਾਹੀਦੀ ਹੈ ਜਿਹੜੀ ਸਿਫਰ ਤੋਂ ਲੈ ਕੇ 150 ਮੀਲ ਦੀ ਸਪੀਡ ਤੱਕ ਬੜੀ ਤੇਜ਼ੀ ਨਾਲ ਪਹੁੰਚ ਸਕੇ। And of course, you can understand or you can guess what he was talking about. ਉਹਦੇ ਮੰਗੇ ਦੇ ਤਰੀਕੇ ਤੋਂ ਤੁਹਾਨੂੰ ਪਤਾ ਲੱਗ ਗਿਆ ਹੋਣਾ ਕਿ ਉਹ ਕੀ ਚਾਹੁੰਦਾ ਸੀਗਾ। He was wanting a fast sports car ਉਹ ਚਾਹੁੰਦਾ ਕਿ ਮੈਨੂੰ ਬਹੁਤ ਤੇਜ਼ ਗੱਡੀ ਮਿਲੇ, ਸਪੋਰਟਸ ਕਾਰ that can travel from 1 to 150 in a few seconds. ਜਿਹੜੀ ਕਿ ਥੋੜੇ ਸਕਿੰਟਾਂ ਵਿੱਚ ਹੀ ਬਹੁਤ ਜ਼ਿਆਦਾ ਰਫ਼ਤਾਰ ਤੇ ਚੱਲ ਸਕਦੀ ਆ। So his wife bought him weighing scales. ਉਹਦੀ ਪਤਨੀ ਨੇ ਉਹਨੂੰ ਤਕੜੀ ਲੈ ਕੇ ਦਿੱਤੀ ਜਿਹਦੇ ਭਾਰ ਜੋਖੀ ਦਾ। Of course, that tells him that travels from 0 to 150 in a few seconds. It tells him he's over 150 pounds. ਭਾਰ in ਦੇਖਣ weight. ਪਈ ਜਿਹੜੀ ਭਾਰ ਜੋਖਣ ਵਾਲੀ ਮਸ਼ੀਨ ਹੈਗੀ ਆ ਉਹ ਵੀ ਬੜੀ ਤੇਜ਼ੀ ਨਾਲ ਚੱਲਦੀ ਆ। ਉਹ ਵੀ ਦੱਸ ਦਿੰਦੀ ਬੰਦੇ ਨੂੰ ਜਦੋਂ ਮੋਟਾਪਾ ਜ਼ਿਆਦਾ ਹੁੰਦਾ ਵੀ ਤੁਹਾਡਾ ਭਾਰ ਬਹੁਤ ਜਲਦੀ ਵੱਧ ਰਿਹਾ ਹੈਗਾ। His wife didn't take the hint very well. ਉਹਦੀ ਪਤਨੀ ਨੇ ਉਹਦਾ ਇਸ਼ਾਰਾ ਸਹੀ ਤਰੀਕੇ ਨਾਲ ਨਹੀਂ ਸਮਝਿਆ। But men, when there is a job that needs to be done around the house, ਬੰਦਿਆਂ ਦੀ ਗੱਲ ਹੁੰਦੀ ਕਿ ਜਦੋਂ ਘਰ ਕੋਈ ਕੰਮ ਕਰਨ ਵਾਲਾ ਹੁੰਦਾ ਕਰਨ ਦੇ ਲਈ and your wife gently hints that it needs to be done, ਤੇ ਪਤਨੀ ਪਿਆਰ ਨਾਲ ਇਸ਼ਾਰਾ ਕਰਦੀ ਹੈ ਜੀ ਫਲਾਨਾ ਕੰਮ ਕਰਨ ਵਾਲਾ, do we take the hint well? Do we get it done? ਕਿ ਅਸੀਂ ਸਮਝਦੇ ਨੇ ਕੀ ਕਹਿਣਾ ਚਾਹੁੰਦੀ ਹੈਗੀ ਹੈ ਕਿ ਅਸੀਂ ਜਲਦੀ ਕਰ ਦਿੰਦੇ ਕੰਮ, Or do we say, I'll do it next week? ਜੋ ਕਹਿੰਦੇ ਨੇ ਚਲੋ ਅਗਲੇ ਹਫਤੇ ਹੋ ਜਾਊਗਾ ਕੋਈ ਨਹੀਂ, And then next week becomes next month, ਅਗਲੇ ਹਫਤੇ ਤੋਂ ਫਿਰ ਅਗਲਾ ਮਹੀਨਾ ਹੋ ਜਾਂਦਾ, and then next month becomes next year, ਅਗਲਾ ਮਹੀਨਾ ਫਿਰ ਅਗਲਾ ਸਾਲ ਬਣ ਜਾਂਦਾ, and then we get used to it, we forget about it, ਫਿਰ ਭੁੱਲ ਜਾਂਦੇ ਆ, ਆਦਤ ਪੈਂਦੀ ਹੈਗੀ ਆ, and then we get used to seeing that thing broken, unfixed, and it just goes out of our mind and it never gets done. ਜੋ ਚੀਜ਼ ਨਹੀਂ ਬਣਾਈ ਹੁੰਦੀ, ਜੋ ਕੰਮ ਕਰਨਾ ਹੁੰਦਾ ਨਹੀਂ ਕੀਤਾ ਹੁੰਦਾ, ਅਸੀਂ ਉਹਨੂੰ ਭੁੱਲ ਜਾਂਦੇ ਹੈਗੇ ਆ, ਕਦੇ ਸੋਚੀਦਾ ਵੀ ਨਹੀਂ ਉਹਦੇ ਬਾਰੇ, ਔਰ ਫਿਰ ਉਹਦੇ ਬਾਰੇ ਯਾਦ ਨਹੀਂ ਆਉਂਦਾ। Because we become lazy. ਕਿਉਂ? ਅਸੀਂ ਆਲਸੀ ਬਣ ਜਾਂਦੇ ਆ। This can also happen to us spiritually. ਰੂਹਾਨੀ ਤੌਰ ਤੇ ਵੀ ਸਾਡੇ ਨਾਲ ਇਹ ਹੋ ਸਕਦਾ ਹੈਗਾ। We know that we should be building ourselves up spiritually. ਸਾਨੂੰ ਪਤਾ ਹੈ ਕਿ ਰੂਹਾਨੀ ਤੌਰ ਤੇ ਅਸੀਂ ਆਪਣੇ ਆਪ ਨੂੰ ਉન્નਤੀ ਕਰੀਏ, ਤਰੱਕੀ ਕਰੀਏ। We should be building the church of Jesus Christ, the kingdom of God, serving him. ਪ੍ਰਭੂ ਯਿਸੂ ਮਸੀਹ ਦੀ ਮੰਡਲੀ, ਪਰਮੇਸ਼ਰ ਦਾ ਰਾਜ ਜਿਹੜਾ ਹੈਗਾ ਉਹਨੂੰ ਵਧਾਈਏ, ਉਹਦੀ ਤਰੱਕੀ ਕਰੀਏ। But although our intentions may be good, ਬੇਸ਼ੱਕ ਸਾਡੇ ਇਰਾਦੇ ਨੇਕ ਹੋਣ, how often do we say, oh, I'll start next week? ਕਿੰਨੀ ਵਾਰ ਅਸੀਂ ਕਹਿੰਦੇ ਚਲੋ ਅਗਲੇ ਹਫਤੇ ਤੋਂ ਸ਼ੁਰੂ ਕਰਾਂਗੇ, Oh, I'll start praying next week more seriously. ਅਗਲੇ ਹਫਤੇ ਤੋਂ ਮੈਂ ਪ੍ਰਾਰਥਨਾ ਬੜੀ ਜਲਦੀ ਨਾਲ ਕਰਨੀ ਸ਼ੁਰੂ ਕਰੂੰਗਾ, I'll start attending church next week or next month. ਅਗਲੇ ਹਫਤੇ ਅਗਲੇ ਮਹੀਨੇ ਚਲੋ ਮੈਂ ਚਰਚ ਜਾਊਂਗਾ ਜ਼ਰੂਰ। I'll get more involved when I've sorted this issue out in my life. ਜਦੋਂ ਮੇਰੀ ਜ਼ਿੰਦਗੀ ਦਾ ਆਹ ਮਸਲਾ ਸੁਧਰ ਗਿਆ ਫਿਰ ਮੈਂ ਹੋਰ ਜ਼ਿਆਦਾ ਪ੍ਰਭੂ ਦੇ ਕੰਮਾਂ ਵਿੱਚ ਧਿਆਨ ਦਊਂਗਾ, Or this problem is resolved. ਕਿ ਜਦੋਂ ਆਹ ਮੇਰੀ ਮੁਸ਼ਕਲ ਪੂਰੀ ਹੋਊਗੀ, ਦੂਰ ਹੋਊਗੀ, ਤਦ ਮੈਂ ਕਰੂੰਗਾ ਜ਼ਿਆਦਾ। Or when the conditions are right in my life. ਕਿ ਜਦੋਂ ਮੇਰੀ ਜ਼ਿੰਦਗੀ ਦੇ ਵਿੱਚ ਹਾਲਾਤ ਠੀਕ ਹੋਗੇ ਫਿਰ ਮੈਂ ਹੋਰ ਜ਼ਿਆਦਾ ਕਰੂੰਗਾ ਪ੍ਰਭੂ ਦੇ ਲਈ। Then I will get into a pattern of living for ਫਿਰ God. ਮੈਂ ਪ੍ਰਭੂ ਦੇ ਲਈ ਜੀਣਾ ਸ਼ੁਰੂ ਕਰੂੰਗਾ। But sadly, we get into a pattern of laziness. ਪਰ ਦੁੱਖ ਦੀ ਗੱਲ ਹੈ ਕਿ ਅਸੀਂ ਇੱਕ ਆਲਸੀ ਪਨ ਵਿੱਚ ਪੈ ਜਾਂਦੇ ਆ। Lethargy settles in, ਹੱਡ ਹਰਾਮੀ ਜਿਹਨੂੰ ਕਹਿੰਦੇ ਆ ਉਹ ਪੈ ਜਾਂਦੀ ਹੈਗੀ ਆ, and other things take priority. ਔਰ ਹੋਰ ਗੱਲਾਂ ਜਿਹੜੀਆਂ ਹੈਗੀਆਂ ਉਹ ਚੀਜ਼ਾਂ ਪਹਿਲ ਰੱਖਣ ਲੱਗ ਪੈਂਦੀਆਂ। And we never progress spiritually. ਰੂਹਾਨੀ ਤੌਰ ਤੇ ਅਸੀਂ ਕਦੇ ਵੀ ਤਰੱਕੀ ਨਹੀਂ ਕਰਦੇ ਹੈਗੇ। Now, this is the type of thing that happened to God's people in the book of Haggai. ਇਹੀ ਹੋਇਆ ਸੀਗਾ ਹਗਾਈ ਦੇ ਜ਼ਮਾਨੇ ਵਿੱਚ ਪ੍ਰਭੂ ਦੇ ਲੋਕਾਂ ਦੇ ਨਾਲ। Or Haggai, as some pronounce it, but we'll pronounce it as Haggai because that's the way most people pronounce it. ਕਈ ਤਰੀਕੇ ਹੈਗੇ ਨਾਂ ਲੈਂਦੇ, ਪਰ ਹਜਾਈ ਜਿਹੜਾ ਹੈਗਾ ਹਜਾਈ ਲਿਖਿਆ ਹੈਗਾ। Now, last week we started looking at some of these books in the Bible in the Old Testament that refer to the period after the exile. ਪਿਛਲੇ ਹਫ਼ਤੇ ਅਸੀਂ ਸ਼ੁਰੂ ਕੀਤਾ ਕਿ ਦੇਖਣਾ ਨਿੱਕੀਆਂ ਕਿਤਾਬਾਂ ਨਵੀਆਂ ਦੀਆਂ ਜਿਹੜੀਆਂ ਕਿ ਅਸੀਰੀ ਤੋਂ ਬਾਅਦ ਦੇ ਸਮੇਂ ਦੀ ਗੱਲਾਂ ਹੈਗੀਆਂ। What we said is that God promised to send the Messiah ਪਰਮੇਸ਼ਰ ਨੇ ਵਾਅਦਾ ਕੀਤਾ ਸੀਗਾ ਮਸੀਹਾ ਨੂੰ ਭੇਜਣ ਦਾ, to the world to save humanity from their sin. ਦੁਨੀਆ 'ਚ ਭੇਜਣਾ ਸੀਗਾ ਤਾਂ ਕਿ ਦੁਨੀਆ ਨੂੰ ਉਹਨਾਂ ਦੇ ਪਾਪਾਂ ਤੋਂ ਬਚਾਵੇ। And he promised to send the Savior through the nation of Israel. ਇਜ਼ਰਾਈਲ ਕੌਮ ਦੁਆਰਾ ਪਰਮੇਸ਼ਰ ਨੇ ਚਾਹਿਆ ਕਿ ਇੱਕ ਮੁਕਤੀ ਦਾਤਾ ਭੇਜਣਾ। And in particular, through one of the families
in the nation of Israel, that is the family of King David. ਖਾਸ ਕਰ ਇੱਕ ਘਰਾਣੇ ਵਿੱਚ ਜਿਹੜਾ ਇਜ਼ਰਾਈਲ ਸੀਗਾ ਉਹ ਸੀਗਾ ਦਾਊਦ ਬਾਦਸ਼ਾਹ ਦਾ ਘਰਾਣਾ। But we saw because Israel had sinned, ਪਰ ਕਿਉਂਕਿ ਇਜ਼ਰਾਈਲ ਨੇ ਪਾਪ ਕੀਤਾ God punished them. ਪ੍ਰਭੂ ਨੇ ਉਹਨਾਂ ਨੂੰ ਸਜ਼ਾ ਦਿੱਤੀ And they were taken from the land of Israel and transported to the land of Babylon. ਇਜ਼ਰਾਈਲ ਮੁਲਕ ਚੋਂ ਉਹ ਲਿਜਾਏ ਗਏ ਸੀਰੀ ਵਿੱਚ ਔਰ ਬਾਬਲ ਦੇ ਮੁਲਕ ਵਿੱਚ ਚਲੇ ਗਏ। And Jerusalem, the holy city, was destroyed and the temple was in ruins. ਯਰੂਸ਼ਲਮ ਜਿਹੜਾ ਪਵਿੱਤਰ ਹੈਕਲ ਸੀਗਾ ਸ਼ਹਿਰ ਸੀਗਾ ਜਿਹੜੀ ਪਵਿੱਤਰ ਹੈਕਲ ਸੀਗੀ ਉਹ ਸਭ ਬਰਬਾਦ ਹੋ ਗਈ ਟਹਿ ਗਈ। And Israel as a nation was scattered. ਇਜ਼ਰਾਈਲ ਕੌਮ ਜਿਹੜੀ ਸੀਗੀ ਉਹ ਤਿੱਤਰ ਬਿੱਤਰ ਹੋ ਗਈ। But there's a big problem here. ਪਰ ਇੱਥੇ ਇੱਕ ਬਹੁਤ ਵੱਡੀ ਮੁਸ਼ਕਿਲ ਹੈਗੀ ਆ। Because in order for the Savior to come, ਮੁਕਤੀ ਦਾਤਾ ਦੇ ਆਉਣ ਦੇ ਲਈ Israel as a nation had to survive. ਇਜ਼ਰਾਈਲ ਕੌਮ ਨੂੰ ਜ਼ਰੂਰ ਸੀਗਾ ਕਿ ਜੀਣਾ। If they didn't survive, there'd be no Savior. ਜੇ ਨਹੀਂ ਜੀਂਦਾ ਰਹਿੰਦੇ ਤਾਂ ਮੁਕਤੀ ਦਾਤਾ ਨੇ ਨਹੀਂ ਆਉਣਾ ਸੀਗਾ। But not only that, they had to be back in the land of Israel, the promised land. ਉਹਨਾਂ ਨੂੰ ਵਾਅਦੇ ਵਾਲੇ ਮੁਲਕ ਵਿੱਚ ਵਾਪਸ ਉਹਨਾਂ ਨੂੰ ਆਪਣੇ ਮੁਲਕ ਵਿੱਚ ਆਉਣਾ ਸੀਗਾ ਜੇ ਮੁਕਤੀ ਦਾਤਾ ਨਹੀਂ ਆਉਣਾ Because that's where it was promised this Messiah, this Savior will be born. ਉੱਥੇ ਵਾਅਦਾ ਕੀਤਾ ਗਿਆ ਸੀਗਾ ਕਿ ਉਸ ਮੁਲਕ ਵਿੱਚ ਵਾਅਦੇ ਵਾਲੇ ਮੁਲਕ ਵਿੱਚ ਮਸੀਹਾ ਪੈਦਾ ਹੋਗਾ। So how did God bring them back? ਪਰਮੇਸ਼ਰ ਕਿੱਦਾਂ ਉਹਨਾਂ ਨੂੰ ਵਾਪਸ ਲੈ We ਕੇ saw ਆਇਆ? that God raised another nation, the Persians, ਫਾਰਸੀ ਲੋਕਾਂ ਨੂੰ ਪ੍ਰਭੂ ਨੇ ਖੜਾ ਕੀਤਾ। and a king called Cyrus, ਸਾਇਰਸ ਬਾਦਸ਼ਾਹ who allowed the people to go back to their homeland and build the temple and build Jerusalem. ਸਾਇਰਸ ਬਾਦਸ਼ਾਹ ਨੇ ਹੋਣ ਦਿੱਤਾ ਕਿ ਉਹ ਲੋਕੀ ਆਪਣੇ ਮੁਲਕ ਵਾਪਸ ਜਾਣ ਹੈਕਲ ਨੂੰ ਬਣਾਉਣ ਔਰ ਆਪਣੇ ਮੁਲਕ ਦੀ ਮੁਰੰਮਤ ਕਰਨ। So last time we saw how the Israelites in Ezra chapter 1 through to 6 return under the leadership of a man called Zerubbabel. ਅਸੀਂ ਦੇਖਿਆ ਸੀਗਾ ਇਜ਼ਰਾ ਪਹਿਲੇ ਚੈਪਟਰ 35 ਸ਼ਾਇਦ ਦੇ ਵਿੱਚ ਕਿ ਜ਼ਰੂਬਾਬਲ ਦੇ ਹੇਠਾਂ ਕਿੱਦਾਂ ਇਜ਼ਰਾਈਲ ਕੌਮ ਵਾਪਸ ਆਈ ਆਪਣੇ ਮੁਲਕ ਵਿੱਚ। And they started to build a temple. ਉਹਨਾਂ ਨੇ ਫਿਰ ਹੈਕਲ ਬਣਾਉਣੀ ਸ਼ੁਰੂ ਕੀਤੀ। But then they hit problems and the work stops. ਮੁਸ਼ਕਿਲਾਂ ਆ ਗਈਆਂ ਤੇ ਹੈਕਲ ਬਣਾਉਣ ਦਾ ਕੰਮ ਮੁਰੰਮਤ ਦਾ ਕੰਮ ਬੰਦ ਹੋ ਗਿਆ। And it stops for another 16 years. 16 ਸਾਲ ਕੰਮ ਬੰਦ ਰਿਹਾ। And the people become comfortable. ਲੋਕੀ ਆਰਾਮ ਨਾਲ ਬਹਿ ਗਏ। And their priorities change. ਉਹਨਾਂ ਦੀ ਜ਼ਿੰਮੇਵਾਰੀਆਂ ਬਦਲ ਗਈਆਂ। And they become lazy. ਆਲਸੀ ਬਣ ਗਏ। And some of them hit middle age. ਕਈ ਸੀਗੇ ਸਿਆਣੇ ਬਣ ਗਏ ਸਿਆਣੇ ਹੋ ਗਏ। And they forgot the reason why they were back in Israel. ਭੁੱਲ ਗਏ ਸੀਗੇ ਕਿ ਮੁੜ ਕੇ ਸਾਨੂੰ ਪਰਮੇਸ਼ਰ ਨੇ ਇਜ਼ਰਾਈਲ ਵਿੱਚ ਕਿਉਂ ਮੁੜ ਕੇ ਲੈ ਕੇ ਆਂਦਾ It ਹੈਗਾ। was to rebuild the temple so the worship of God could start and God could be central in the life of the nation of Israel. ਕਿ ਹੈਕਲ ਮੁੜ ਕੇ ਬਣੇ ਉਹਦੀ ਤਾਮੀਰ ਹੋਵੇ ਤਾਂ ਕਿ ਪਰਮੇਸ਼ਰ ਦੀ ਇਬਾਦਤ ਮੁੜ ਕੇ ਲੋਕਾਂ ਦੇ ਵਿੱਚ ਆਵੇ। ਪਰਮੇਸ਼ਰ ਦੀ ਸਤੁਤੀ ਲੋਕੀ ਕਰਨ ਆਪਣੀ ਜ਼ੁਬਾਨ ਦੇ ਨਾਲ। But then we read in Ezra chapter 5 and verse 1 ਐਜ਼ਰਾ 5:1 ਵਿੱਚ ਅਸੀਂ ਪੜ੍ਹਦੇ ਹਾਂ that God raised two prophets, ਕਿ ਪਰਮੇਸ਼ਰ ਨੇ 2 ਨਬੀ ਬਰਪਾ ਕੀਤੇ Haggai and Zechariah, ਹਗਜਾਈ ਤੇ ਜ਼ਕਰਿਆ, to stir the people to get up, to wake up, and to get on with building the temple ਕਿ of God. ਲੋਕਾਂ ਨੂੰ ਹਿਲਾਉਣ ਨਬੂਤ ਕਰਕੇ ਲੋਕਾਂ ਨੂੰ ਜਗਾਉਣ ਤਾਂ ਕਿ ਮੁੜ ਕੇ ਫਿਰ ਤੁਸੀਂ ਪਰਮੇਸ਼ਰ ਦੀ ਹੈਕਲ ਦੀ ਤਾਮੀਰ ਸ਼ੁਰੂ ਕਰੋ। So let's have a look at this book of Haggai ਦੇਖੀਏ ਅਸੀਂ ਹਗਜਾਈ ਦੀ ਕਿਤਾਬ ਨੂੰ and how the Lord uses him and his message. ਕਿੱਦਾਂ ਪ੍ਰਭੂ ਇਸਤੇਮਾਲ ਕਰਦਾ ਉਹਦਾ ਔਰ ਉਹਦੇ ਪੈਗਾਮ ਦਾ। Haggai preaches 4 sermons in the space of 4 months. 4 ਮਹੀਨਿਆਂ ਵਿੱਚ 4 ਵਾਰ ਹਗਜਾਈ ਪਰਮੇਸ਼ਰ ਦੇ ਵਚਨ ਦਾ ਪ੍ਰਚਾਰ So ਕਰਦਾ। let's consider his messages. ਦੇਖੀਏ ਉਹਨਾਂ ਵਚਨਾਂ ਨੂੰ। We'll focus more on the first message or his first sermon more fully, and then we'll touch on the other 3 because we don't have time to go into great ਪਹਿਲੇ detail. ਪੈਗਾਮ ਉੱਤੇ ਅਸੀਂ ਡੂੰਘਾ ਦਿਖਾਂਗੇ ਬਾਕੀ ਦੇ 3 ਪੈਗਾਮਾਂ ਨੂੰ ਥੋੜ੍ਹਾ ਦਿਖਾਂਗੇ ਕਿਉਂਕਿ ਸਮੇਂ ਦੇ ਘਾਟ ਕਰਕੇ। So please have your Bible open in the book of Haggai. ਆਪਣੀ ਬਾਈਬਲਾਂ ਖੋਲੋ ਹਗਜਾਈ ਦੀ ਕਿਤਾਬ ਤੇ। Firstly, let's have a look at God's accusations. ਪਰਮੇਸ਼ਰ ਨੇ ਕੀ ਆਰੋਪ ਲਗਾਇਆ ਉਹ ਤੇ ਉਹ ਪਹਿਲਾਂ This ਦੇਖੀਏ। is chapter 1 verse 1 to chapter 1 verse 15. ਪਹਿਲਾ ਚੈਪਟਰ ਪਹਿਲੀ ਆਇਤ ਤੋਂ ਲੈ ਕੇ 15 ਆਇਤ ਤੱਕ 4 times God says in the book of Haggai, ਹਗਜਾਈ ਦੀ ਕਿਤਾਬ ਵਿੱਚ 4 ਦਫਾ ਪਰਮੇਸ਼ਰ he ਕਹਿੰਦੇ ਆ says to the people, consider your ways. ਕਿ ਆਪਣੇ ਰਾਹਾਂ ਉੱਤੇ ਗੌਰ ਕਰੋ। Chapter 1 verse 5. ਪਹਿਲਾ ਚੈਪਟਰ 5ਵੀਂ It ਆਇਤ says, look now therefore, thus says the Lord of hosts, consider your ways, talking to the people of Israel.
और अब रब्बुल अल्फाज यूं फरमाता है कि तुम अपनी रविश पर गौर करो। प्रभु कहता अपनी राहां ते गौर करो। Verse 7, the same Saat thing, consider your ways. 7वीं आयत, अपनी राहां ते गौर करो। And the same type of language is used in chapter 2, verse 15 and 18. दूसरा चैप्टर 15 आयत 18 ਵਿੱਚ ਵੀ यही भाषा ਵਰਤੀ ਗਈ ਆ, ਆਪਣੀਆਂ ਰਾਹਾਂ ਤੇ ਗੌਰ ਕਰੋ। What he's basically saying is think about what you are doing and what you are not doing. ਪ੍ਰਭੂ ਕਹਿੰਦਾ ਸੋਚੋ ਤੁਸੀਂ ਕੀ ਕਰ ਰਹੇ ਹੈਗੇ ਆ ਔਰ ਕੀ ਤੁਸੀਂ ਨਹੀਂ ਕਰ ਰਹੇ ਹੈਗੇ। The people after 16 years 16 ਸਾਲਾਂ ਬਾਅਦ had become disheartened and discouraged. ਲੋਕੀ ਦਿਲ ਛੱਡ ਕੇ ਬੈਠ ਗਏ ਸੀਗੇ, ਨਿਰਾਸ਼ ਹੋ ਗਏ ਸੀਗੇ। And their desire to build the temple had gone. ਉਹਨਾਂ ਦੀ ਜਿਹੜੀ ਇੱਛਾ ਸੀਗੀ ਹੈਕਲ ਬਣਾਉਣ ਦੀ ਉਹ ਜਾਂਦੀ ਲੱਗੀ। The work had stopped and they had no incentive to restart it. ਕੰਮ ਰੁਕ ਗਿਆ, ਉਹਨਾਂ ਨੂੰ ਕੋਈ ਵੀ ਸ਼ੌਕ ਨਹੀਂ ਰਿਹਾ ਬਾਕੀ ਕਿ ਪਰਮੇਸ਼ਰ ਦੀ ਹੈਕਲ ਨੂੰ ਅਸੀਂ ਬਣਾਉਣਾ ਸ਼ੁਰੂ ਕਰੀਏ। So Haggai goes to the leaders. ਸੋ ਹਾਈਜਾ ਜਿਹੜਾ ਹੈਗਾ ਉਹ ਮੋਰੀਆਂ ਕੋ ਜਾਂਦਾ। And his message we see in chapter 1 verse 7 and 8. ਪਹਿਲਾ ਚੈਪਟਰ 7ਵੇਂ 8ਵੇਂ ਆਇਤ ਹਾਈਜਾ ਦੀ ਕਿਤਾਬ This ਵਿੱਚ is ਲਿਖਿਆ। the thrust of his message, the summary of his message. ਉਹਦੇ ਇਹ ਦੋ ਆਇਤਾਂ ਵਿੱਚ ਉਹਦਾ ਸਾਰਾ ਪੈਗਾਮ ਆਉਂਦਾ ਹੈਗਾ। Verse 7 says, Thus says the Lord of hosts, consider your ways, go to the mountains and bring wood, build the temple, that I may take pleasure in it and be glorified. 7वीं आयत, रब्बुल अल्फाज यूं फरमाता है अपनी रविश पर गौर करो, पहाड़ों से लकड़ी लाकर ये घर तामीर करो और मैं इससे खुश होऊंगा और मेरी तमजीद होगी, खुदावंद फरमाता है। He says, look, leave your laziness behind, get up, go to the mountain and start getting the wood together and start building the temple. प्रभु कहता अपना आलसीपन दूर करो, उठो पहाड़ां ਵੱਲ ਜਾਓ, ਉੱਥੋਂ ਲੱਕੜੀ ਇਕੱਠੀ ਕਰੋ, ਲੱਕੜੀ ਲੈ ਕੇ ਆਓ ਔਰ ਮੇਰੇ ਘਰ ਨੂੰ ਮੁੜ ਕੇ ਦੁਬਾਰਾ ਬਣਾਓ ਤਾਂ ਕਿ ਮੈਂ ਖੁਸ਼ ਹੋਵਾਂ ਤੁਹਾਤੋਂ। But there was a problem. ਇੱਕ ਮੁਸ਼ਕਿਲ ਸੀਗੀ। We read of it in chapter 1 and verse 2. दूसरी आयत ਵਿੱਚ ਕੀ ਲਿਖਿਆ ਹੈਗਾ? The people, thus speaks the Lord of hosts, saying, This people says, the time has not come, the time that the Lord's house should be built. पहला चैप्टर दूसरी आयत कि रब्बुल अल्फाज यूं फरमाता है कि ये लोग कहते हैं अभी खुदावंद के घर की तामीर का वक्त नहीं आया। Notice it says, this people, it doesn't say my people. कहते ये लिखा कि एक प्रभु ने ये नहीं कहा कि मेरे लोग की, कहता कि ए लोग की। You can sense God's disappointment and grief. अच्छा देखते हैं प्रभु की निराशा, परमेश्वर की निराशा, ਉਹਦਾ ਮਾਯੂਸਪਨ। And he says, the people are saying the time is not right to start building the house of the Lord. ਲੋਕੀ ਕਹਿੰਦੇ ਆ ਕਿ ਹਜੇ ਸਹੀ ਵਕਤ ਨਹੀਂ ਆਇਆ ਹੈਗਾ ਪਰਮੇਸ਼ਰ ਦੀ ਘਰ ਦੀ ਤਾਮੀਰ ਕਰਨ ਦਾ। The people were saying, wait, we'll start when things are right, but things are not right yet. ਲੋਕੀ ਕਹਿੰਦੇ ਠਹਿਰ ਲੋ, ਕਰ ਦੇਵਾਂਗੇ, ਕਿਹੜੀ ਜਲਦੀ ਆ, ਹਜੇ ਸਾਰਾ ਕੁਝ ਠੀਕ ਨਹੀਂ ਹੈਗਾ, ਜਦੋਂ ਸਾਰਾ ਕੁਝ ਠੀਕ ਹੋਊਗਾ ਫਿਰ ਅਸੀਂ ਪਰਮੇਸ਼ਰ ਦਾ ਭਵਨ ਬਣਾਉਣਾ ਸ਼ੁਰੂ ਕਰਾਂਗੇ। God told them in verse 9 that they had worked hard, they had sown much. 9ਵੇਂ ਵਿੱਚ ਪ੍ਰਭੂ ਕਹਿੰਦੇ ਆ ਕਿ ਤੁਸੀਂ ਬੜੀ ਮਿਹਨਤ ਕੀਤੀ ਆ, ਤੁਸੀਂ ਬਹੁਤ ਬੀਜਿਆ, but their crops had failed. ਉਹ ਤੁਹਾਡੀ ਫਸਲ ਖਰਾਬ ਹੋ ਗਈ। So because they thought, let's wait. The time is not right. ਕਿਉਂਕਿ ਇਹ ਹੋਇਆ ਉਹਨਾਂ ਦੇ ਨਾਲ, ਉਹਨਾਂ ਨੇ ਸੋਚਿਆ ਕਿ ਇਹ ਸਹੀ ਸਮਾਂ ਨਹੀਂ ਹੈਗਾ, ਅਸੀਂ ਥੋੜ੍ਹਾ ਹੋਰ ਇੰਤਜ਼ਾਰ ਕਰੀਏ। But God says the reason why your crops failed, ਪ੍ਰਭੂ ਕਹਿੰਦੇ ਕਿ ਤੁਹਾਡੀ ਜਿਹੜੀ ਫਸਲ ਹੈਗੀ ਆ ਉਹ ਕਿਉਂ ਮਰ ਗਈ, ਕਿਉਂ ਫਸਲ ਪੈਦਾ ਨਹੀਂ ਹੋਈ? because in verse 11 it says, for I called a drought. ਪ੍ਰਭੂ ਕਹਿੰਦੇ ਕਿ ਮੈਂ ਵੀਰਾਨਪਨਾ ਲੈ ਕੇ ਆਇਆ, I caused them to fail. ਮੈਂ ਹੋਂ ਦਿੱਤਾ। ਪ੍ਰਭੂ ਕਹਿੰਦੇ ਕਿ ਤੁਹਾਡੀ ਫਸਲ ਨਹੀਂ ਉਗੀ। Why? He says in verse 9, 9ਵੇਂ ਵਿੱਚ ਪ੍ਰਭੂ ਕਹਿੰਦੇ ਆ he's basically saying because the house of God lies in ruins, while every one of you runs to his own house. इसलिए कि मेरा घर वीरान है और तुम में से हर एक अपने घर को दौड़ा चला जाता है। You see what the problem is? मुश्किल देखा किया गया। They neglected building God's house. ਉਹਨਾਂ ਨੇ ਪਰਮੇਸ਼ਰ ਦੇ ਭਵਨ ਨੂੰ ਬਣਾਉਣ ਦੇ ਵਿੱਚ ਆਲਸੀਪਨ ਦਿਖਾ ਲਿਆ। They were saying the time is not right. ਉੱਥੇ ਤਾਂ ਬਹਾਨੇ ਲਾਈ ਜਾਂਦੇ ਕਿ ਸਮਾਂ ਸਹੀ ਨਹੀਂ ਹੈਗਾ। But in verse 4 it tells us, ਪਰ ਚੌਥੀ ਆਇਤ 'ਚ ਲਿਖਿਆ it is time for you yourselves to dwell in your paneled houses and this temple to lie in ruins. पहला चैप्टर चौथी आयत कि क्या तुम्हारे लिए मुस्तफ़ा के घरों में रहने की क्या वक्त है जबकि मेरा घर वीरान पड़ा है? He's saying
You're building beautiful luxury houses for yourselves. ਪ੍ਰਭੂ ਕਹਿੰਦੇ ਕਿ ਤੁਸੀਂ ਆਪਣੇ ਲਈ ਤਾਂ ਬਹੁਤ ਸੋਹਣੇ ਸੋਹਣੇ ਆਲਾ ਮਕਾਨ ਬਣਾਏ ਆ, ਅੱਛੇ ਮਕਾਨ ਬਣਾਏ ਆ, But they were neglecting the house of God. ਪਰ ਮੇਰਾ ਘਰ ਵੀਰਾਨ ਪਿਆ ਹੈਗਾ। God's accusations was this. ਪਰਮੇਸ਼ਰ ਦਾ ਦੋਸ਼ ਇਹ ਸੀਗਾ They were not giving priority to the house of God, the temple of ਕਿ God. ਤੁਸੀਂ ਪਰਮੇਸ਼ਰ ਦੀ ਹੈਕਲ ਨੂੰ, ਪਰਮੇਸ਼ਰ ਦੇ ਭਵਨ ਨੂੰ ਤੁਸੀਂ ਪਹਿਲਾ ਦਰਜਾ ਨਹੀਂ ਦੇ ਰਹੇ ਹੈਗੇ, But giving themselves priority in building their luxury ਆਪਣੇ houses. ਆਪ ਨੂੰ ਤੁਸੀਂ ਪਹਿਲਾ ਦਰਜਾ ਦਿੰਦੇ, ਆਪ ਤੇ ਤੁਸੀਂ ਬੜੇ ਆਲੀਸ਼ਾਨ ਮਕਾਨ ਬਣਾਉਣੇ ਹੈਗੇ ਆ, ਵਧੀਆ ਮਕਾਨ ਬਣਾਉਣੇ, ਮਹਿੰਗੇ ਮਕਾਨ ਬਣਾਉਣੇ ਹੈਗੇ ਆ, ਤੇ ਮੇਰਾ ਘਰ ਪ੍ਰਭੂ ਕਹਿੰਦੇ ਵੀਰਾਨ ਪਿਆ ਹੈਗਾ। Brother, sister, ਭਰਾਵੋ ਭੈਣੋ, the message of Haggai ਹਜਾਈ ਦੀ ਕਿਤਾਬ ਦਾ ਪੈਗਾਮ speaks very powerfully to us today. ਸਾਡੇ ਨਾਲ ਅੱਜ ਬੜੀ ਸਖਤਾਈ ਦੇ ਨਾਲ, ਬੜੇ ਉੱਚੇ ਲਫ਼ਜ਼ਾਂ ਨਾਲ ਬੋਲਦਾ ਹੈਗਾ। Today we are not called to build a temple. ਸਾਨੂੰ ਇਹ ਨਹੀਂ ਕਿਹਾ ਗਿਆ ਕਿ ਤੁਸੀਂ ਵੀ ਜਾ ਕੇ ਹੈਕਲ ਬਣਾਓ, Today we are called to build a church. ਸਾਨੂੰ ਅੱਜ ਕੀ ਕਿਹਾ ਗਿਆ ਕਿ ਮੰਡਲੀ ਬਣਾਓ ਪ੍ਰਭੂ ਯਿਸੂ ਮਸੀਹ Not ਦੀ। a physical building, ਜਿਸਮਾਨੀ ਮੰਡਲੀ ਨਹੀਂ, but the people of God, the kingdom of God. ਪਰਮੇਸ਼ਰ ਦੀ ਰੂਹਾਨੀ ਮੰਡਲੀ, ਉਹ ਲੋਕ ਜਿਹੜੇ ਪ੍ਰਭੂ ਨੂੰ ਪਿਆਰ ਕਰਦੇ ਆ, ਉਹਨਾਂ ਦੀ ਮੰਡਲੀ। To put God first in outreach and in service. ਮਨਾਦੀ ਵਿੱਚ, ਵਚਨ ਸੁਣਾਉਣ ਦੇ ਵਿੱਚ ਪ੍ਰਭੂ ਨੂੰ ਪਹਿਲਾ ਦਰਜਾ ਦਈਏ, ਪ੍ਰਭੂ ਦੇ ਲੋਕਾਂ ਤੱਕ ਪਹੁੰਚੀਏ। And if we really search our hearts, ਪਰ ਜੇ ਅਸੀਂ ਆਪਣੇ ਦਿਲਾਂ ਨੂੰ ਖੋਜ ਕਰੀਏ, where are our real priorities? ਅਸਲੀ ਸਾਡੀ ਪਹਿਲ, ਅਸਲੀ ਸਾਡੀ ਸੋਚ, ਸਾਡਾ ਦਿਲ ਕਿੱਥੇ ਹੈਗਾ? Now, please don't misunderstand. ਇਸ ਗੱਲ ਨੂੰ ਤੁਸੀਂ ਗਲਤ ਨਹੀਂ We ਸਮਝਣਾ। always need to balance things. ਅਸੀਂ ਹਮੇਸ਼ਾ ਗੱਲ ਨੂੰ ਬਰਾਬਰ ਰੱਖੀਏ। It's not wrong to improve your house or to renovate your house. ਆਪਣੇ ਘਰ ਦੀ ਮੁਰੰਮਤ ਕਰਨੀ, ਆਪਣੇ ਘਰ ਦੀ ਤਰੱਕੀ ਕਰਨੀ, ਉન્નਤੀ ਕਰਨੀ, ਇਹ ਗਲਤ ਨਹੀਂ ਹੈਗਾ। Maybe over the lockdown period you were able to finally do those jobs that your wife has been nagging you to do for many years. ਹੋ ਸਕਦਾ ਕਿ ਲੋਕਡਾਊਨ ਦੇ ਵਿੱਚ ਤੁਸੀਂ ਉਹ ਘਰ ਦੇ ਮੁਰੰਮਤ ਕੰਮ ਕੀਤੇ ਹੈਗੇ ਆ, ਜਿਹਦੇ ਲਈ ਤੁਹਾਡੀ ਪਤਨੀ ਤੁਹਾਡਾ ਰੋਜ਼ ਸਿਰ ਖਾਂਦੀ ਹੁੰਦੀ ਸੀਗੀ। And if you've done that, that's great. ਜੇ ਕਰਤੇ ਤਾਂ ਵਧੀਆ। So there's nothing wrong in improving your homes. ਆਪਣੇ ਘਰ ਦੀ ਮੁਰੰਮਤ ਕਰਨਾ ਮਾੜੀ ਗੱਲ ਨਹੀਂ ਹੈਗੀ, But it is very wrong and sinful ਪਰ ਬਹੁਤ ਗਲਤ ਹੈਗਾ, ਬਹੁਤ ਪਾਪ ਹੈਗਾ when that work and any other work ਜੇ ਇਹ ਕੰਮ ਔਰ ਐਦਾਂ ਦੇ ਬਾਕੀ ਦੇ ਕੰਮ takes priority over God's work, ਉਹ ਪਹਿਲ ਕਰਦੇ ਹੈਗੇ ਆ ਪਰਮੇਸ਼ਰ ਦੇ ਕੰਮ ਦੇ ਉੱਤੇ। which may lie in ruins ਪਰਮੇਸ਼ਰ ਦਾ ਘਰ ਤੇ ਵੀਰਾਨ ਪਿਆ ਹੈਗਾ। and is neglected for years. ਕਿੰਨੇ ਸਾਲ ਅਸੀਂ ਪਰਮੇਸ਼ਰ ਦੇ ਲਈ ਕੁਝ ਕੀਤਾ ਨਹੀਂ, ਉਹਦਾ ਘਰ ਵੀਰਾਨ ਪਿਆ ਹੈਗਾ। And we keep on saying, the time is not right, the time is not right, the time is not right. ਅਸੀਂ ਬਹਾਨਾ ਕੇ ਲਾਈ ਜਾਂਦੇ ਆ, ਹਜੇ ਸਮਾਂ ਨਹੀਂ ਹੈਗਾ, ਹਜੇ ਸਹੀ ਸਮਾਂ ਨਹੀਂ ਹੈਗਾ, ਹਜੇ ਵਕਤ ਨਹੀਂ ਆਇਆ ਹੈਗਾ ਕਰਨ ਦਾ। This is the excuse Israel was using. ਇਹ ਬਹਾਨੇ ਸੀਗੇ ਇਜ਼ਰਾਈਲ ਦੇ, ਇਜ਼ਰਾਈਲ ਬਹਾਨਾ ਬਣਾਉਂਦਾ ਸੀਗਾ। Churches, including this church and churches around the world and around this country, ਮੰਡਲੀਆਂ ਜਿਹੜੀਆਂ ਹੈਗੀਆਂ, ਸਾਡੀ ਮੰਡਲੀ ਵੀ ਔਰ ਦੁਨੀਆ ਵਿੱਚ ਜਿੰਨੀਆਂ ਮੰਡਲੀਆਂ ਹੈਗੀਆਂ, have been in exile for over a year. ਇੱਕ ਸਾਲ ਦੇ ਵਿੱਚ ਅਸੀਂ ਵੀ ਸੀਰੀ ਵਿੱਚ ਚਲੇ ਗਏ ਆ। There's been limitations. We've been in a type of lockdown. ਹੱਦਾਂ ਹੈਗੀਆਂ, ਅਸੀਂ ਵੀ ਲੋਕਡਾਊਨ ਦੇ ਵਿੱਚ ਚਲੇ ਗਏ ਹੈਗੇ ਆ। God has opened the door for us to come back, ਪਰਮੇਸ਼ਵਰ ਨੇ ਹੁਣ ਦਰਵਾਜ਼ਾ ਖੋਲ੍ਹ ਦਿੱਤਾ ਕਿ ਆ ਜਾਓ ਮੁੜ ਕੇ, to get on with building His kingdom, ਆ ਜਾਓ ਮੁੜ ਕੇ, ਮੇਰੇ ਰਾਜ ਨੂੰ ਮੁੜ ਕੇ ਦੁਬਾਰਾ ਬਣਾਉਣਾ ਫੇਰ ਸ਼ੁਰੂ ਕਰੋ। for worship to be restored, for us to gather together. ਪ੍ਰਭੂ ਕਹਿੰਦੇ ਮੇਰੇ ਭਵਨ ਚ ਆ ਕੇ ਮੁੜ ਕੇ ਫਿਰ ਸਤੁਤੀ ਕਰਨੀ ਸ਼ੁਰੂ ਕਰੋ, ਫਿਰ ਮੁੜ ਕੇ ਇਕੱਠੇ ਹੋ ਜਾਓ। But people may say, not yet, not yet. The time is not right, the time is not right. ਭਰਾ ਭੈਣ ਕੀ ਕਹੋਗੇ, ਹਜੇ ਨਹੀਂ, ਹਜੇ ਸਮਾਂ ਨਹੀਂ ਹੈਗਾ, ਹਜੇ ਡਰ ਲੱਗਦਾ ਹੈਗਾ, ਹਜੇ ਸਮਾਂ ਨਹੀਂ ਹੈਗਾ, ਹਜੇ ਸਮਾਂ ਠੀਕ ਨਹੀਂ ਹੈਗਾ। But you know what the problem is this? ਮੁਸ਼ਕਿਲ ਪਤਾ ਕੀ ਹੈਗੀ ਆ? We say the time is not right ਅਸੀਂ ਕਹਿ ਦਿੰਦੇ ਕਿ ਸਮਾਂ ਠੀਕ ਤਾਂ ਨਹੀਂ ਹੈਗਾ to come back, to restore worship. ਪ੍ਰਭੂ ਦੇ ਘਰ ਚ ਮੁੜ ਕੇ ਆਉਣ ਦਾ, ਪ੍ਰਭੂ ਦੀ ਇਬਾਦਤ ਮੁੜ ਕੇ ਕਰਨ ਦਾ। ਅਸੀਂ ਕਹਿ ਦਿੰਦੇ ਆ ਕਿ ਹਜੇ ਸਮਾਂ ਸਹੀ ਨਹੀਂ ਹੈਗਾ, To ਠੀਕ ਨਹੀਂ ਹੈਗਾ, start serving, to start building the church. ਹਜੇ ਸਹੀ ਨਹੀਂ ਹੈਗਾ ਸਮਾਂ ਕਿ ਅਸੀਂ ਮੰਡਲੀ ਨੂੰ ਮੁੜ ਕੇ ਦੁਬਾਰਾ ਬਣਾਈਏ। But the time is right for other things. ਪਰ ਹੋਰਾਂ ਕੰਮਾਂ ਦੇ ਲਈ ਤਾਂ ਸਮਾਂ ਸਹੀ ਹੈ ਨਾ। The time is right to go back to work. The time is right to go to shops. The time is right to go to other public places. ਕੰਮਾਂ ਤੇ ਜਾਣ ਦਾ ਵਕਤ ਸਹੀ ਹੈਗਾ, ਘਰ ਦੇ ਕੰਮ ਕਰਨ ਦਾ ਕੰਮ ਸਹੀ ਹੈਗਾ, ਬਾਹਰ ਜਾਣ ਦਾ, ਦੁਕਾਨਾਂ ਵਿੱਚ ਜਾਣ ਦਾ ਸਮਾਂ ਤਾਂ ਸਹੀ ਹੈਗਾ, ਪਰ ਪ੍ਰਭੂ ਦੇ ਘਰ ਦੇ ਲਈ ਇਹ ਸਮਾਂ ਸਹੀ ਨਹੀਂ ਹੈਗਾ। When the government opened things up a few weeks ago, ਕੁਝ ਹਫ਼ਤੇ ਹੋ ਗਏ ਜਦੋਂ ਸਰਕਾਰ ਨੇ
ਹੌਲੀ ਖੋਲ੍ਹਣਾ ਸ਼ੁਰੂ ਕੀਤਾ ਲੋਕਾਂ So people could meet outdoors. ਕਿ ਲੋਕੀ ਬਾਹਰ ਮਿਲ ਸਕਦੇ ਆ ਕਿ ਥੋੜਾ ਬਹੁਤ They could have a meal outdoors, or they can drink in a pub outdoors. ਬਾਹਰ ਬੈਠ ਕੇ ਖਾ ਪੀ ਸਕਦੇ ਹੈਗੇ ਆ, ਜਾਂ ਬਾਹਰ ਬੈਠ ਕੇ ਪਬ ਤੋਂ ਬਾਹਰ ਬੈਠ ਕੇ ਤਾਂ ਪੀ ਸਕਦੇ ਹੈਗੇ ਆ, Or they can go to non-essential shops and buy clothes, which they couldn't do before. ਜਾਂ ਪਹਿਲੀਆਂ ਦੁਕਾਨਾਂ ਜਿਹੜੇ ਬੰਦ ਕੇ ਕੱਪੜੇ ਦੀਆਂ ਦੁਕਾਨਾਂ ਜਾਂ ਹੋਰ ਚੀਜ਼ਾਂ ਖਾਣੇ ਪੀਣੇ ਦਾ ਸਮਾਨ ਤਾਂ ਨਹੀਂ, ਪਰ ਉਹਨਾਂ ਦੁਕਾਨਾਂ ਜਾ ਸਕਦੇ ਹੈਗੇ ਮੁੜ ਕੇ। What happened? ਕੀ ਹੋਇਆ? People were running, people were excited, people were rushing. ਲੋਕੀ ਤੁਰ ਕੇ ਨਹੀਂ, ਲੋਕੀ ਦੌੜ ਕੇ ਜਾਂਦੇ ਸੀਗੇ, ਫਟਾਫਟ ਜਾਂਦੇ ਸੀਗੇ ਕਿ ਅਸੀਂ ਜਲਦੀ ਜਲਦੀ ਪਹੁੰਚੀਏ, ਜਲਦੀ ਜਲਦੀ ਜਾਈਏ, ਐਨੇ ਚਿਰ ਤੋਂ ਸਾਨੂੰ ਰੋਕ ਕੇ ਰੱਖਿਆ ਆ। The high streets were packed with people. ਦੁਕਾਨਾਂ ਭਰੀਆਂ ਪਈਆਂ ਸੀਗੀਆਂ ਲੋਕਾਂ ਦੇ ਨਾਲ, There were queues outside shops. ਦੁਕਾਨਾਂ ਤੋਂ ਬਾਹਰ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਸੀਗੀਆਂ। But did we see the same rush to get back to ਪਰ churches? ਕੀ ਉਹ ਚਰਚ ਦੇ ਮੋਹਰੇ ਲੰਬੀਆਂ ਲਾਈਨਾਂ ਲੱਗੀਆਂ ਸੀਗੀਆਂ? ਕੀ ਚਰਚ ਦੇ ਮੋਹਰੇ ਖੜੇ ਸੀਗੇ ਲੋਕੀ ਕਿ ਕਦੋਂ ਅਸੀਂ ਜਲਦੀ ਅੰਦਰ ਜਾਈਏ? Were people queuing outside churches? ਕਿ ਚਰਚ ਦੇ ਬਾਹਰ ਲੰਬੀਆਂ ਲਾਈਨਾਂ ਲੱਗੀਆਂ ਸੀਗੀਆਂ ਕਿ ਕਦੋਂ ਦਰਵਾਜ਼ੇ ਖੋਲ੍ਹਣ ਤਾਂ ਅਸੀਂ ਅੰਦਰ ਜਾਈਏ? Quite clearly, God is angered, and Haggai he's appalled that the people had plenty of time for themselves but lacked time for God. ਪਰਮੇਸ਼ਰ ਗੁੱਸੇ ਵਿੱਚ ਹੈਗਾ, ਹਜਾ ਜਿਹੜਾ ਹੈਗਾ ਨਿਰਾਸ਼ ਹੈਗਾ ਕਿ ਲੋਕਾਂ ਦੇ ਕੋਲ ਹੋਰਾਂ ਗੱਲਾਂ ਦੇ ਲਈ ਤਾਂ ਸਮਾਂ ਹੈਗਾ, ਪਰ ਪ੍ਰਭੂ ਦੀ ਭਵਨ ਨੂੰ ਬਣਾਉਣ ਦੇ ਲਈ ਇਹ ਕਹਿੰਦੇ ਕੀ ਕਹਿੰਦੇ ਆ, ਸਾਡੇ ਕੋਲ ਸਮਾਂ ਹੈ ਨਹੀਂ। And he's saying to them, this is the very reason why your crops have failed. ਹਜਾ ਇਹ ਕਹਿੰਦਾ ਆਹੀ ਵਜ੍ਹਾ ਹੈਗੀ ਆ, ਇਹੀ ਵਜ੍ਹਾ ਆ ਜਿਸ ਕਰਕੇ ਤੁਹਾਡੀ ਫਸਲ ਜਿਹੜੀ ਹੈਗੀ ਆ ਉਹ ਨਾਸ਼ ਹੋ ਗਈ ਆ। And there was a drought. ਇੱਕ ਸੋਖਾ ਆ ਗਿਆ ਹੈਗਾ, ਕਾਲ It's ਪੈ ਗਿਆ। because you're putting other things before me. Your priorities are wrong. ਪ੍ਰਭੂ ਕਹਿੰਦਾ ਕਿ ਤੁਸੀਂ ਮੇਰੇ ਤੋਂ ਪਹਿਲਾਂ ਹੋਰਾਂ ਚੀਜ਼ਾਂ ਨੂੰ ਆਪਣੀ ਜ਼ਰੂਰਤਾਂ ਰੱਖਦੇ ਹੈਗੇ ਆ, ਇਸ ਕਰਕੇ ਤੁਹਾਡੇ ਨਾਲ ਹੋ ਰਿਹਾ ਜੋ ਹੋ ਰਿਹਾ। The reason why sometimes God withholds blessings ਕਈ ਦਫਾ ਪਰਮੇਸ਼ਰ ਕਿਉਂ ਆਪਣੀ ਬਰਕਤ ਰੋਕੀ ਰੱਖਦਾ ਸਾਡੇ ਕੋਲੋਂ, on his church, ਆਪਣੀ ਮੰਡਲੀ ਤੇ, and we don't see a harvest of souls, ਅਸੀਂ ਨਹੀਂ ਦੇਖਦੇ ਕਿ ਰੂਹਾਂ ਜਿਹੜੀਆਂ ਹੈਗੀਆਂ ਬਚਾਈਆਂ ਜਾਂਦੀਆਂ, is because we do not give God first place in our lives and in our service. ਕਿਉਂਕਿ ਪਰਮੇਸ਼ਰ ਨੂੰ ਆਪਣੀ ਜ਼ਿੰਦਗੀ ਵਿੱਚ, ਆਪਣੀ ਸੇਵਾ ਵਿੱਚ ਅਸੀਂ ਪਹਿਲਾ ਦਰਜਾ ਨਹੀਂ ਦਿੰਦੇ ਹੈਗੇ। We are not prepared to go outside our comfort zones for God, but we'll do it for other things. ਅਸੀਂ ਆਪਣੀ ਆਰਾਮ ਵਾਲੀ ਜਗ੍ਹਾ ਤੋਂ ਬਾਹਰ ਕਦਮ ਨਹੀਂ ਰੱਖਣਾ ਚਾਹੁੰਦੇ ਹੈਗੇ ਪ੍ਰਭੂ ਦੇ ਕੰਮਾਂ ਦੇ ਲਈ, ਪਰ ਬਾਕੀ ਕੰਮਾਂ ਦੇ ਲਈ ਅਸੀਂ ਸਭ ਕੁਝ ਕਰਨ ਨੂੰ ਤਿਆਰ ਹਾਂ। We're not prepared to take risks in building God's kingdom. ਪਰਮੇਸ਼ਰ ਦੇ ਰਾਜ ਨੂੰ ਬਣਾਉਣ ਦੇ ਲਈ ਅਸੀਂ ਖਤਰੇ ਵਾਲਾ ਕੰਮ ਕੋਈ ਨਹੀਂ ਕਰਨਾ ਚਾਹੁੰਦੇ ਹੈਗੇ। Now, amazingly, when Haggai preached the first sermon, ਹਜਾਏ ਨੇ ਜਦੋਂ ਪਹਿਲਾ ਪ੍ਰਚਾਰ ਕੀਤਾ, the people responded to God's word. ਲੋਕਾਂ ਨੇ ਪ੍ਰਭੂ ਦਾ ਵਚਨ ਸੁਣ ਕੇ ਕੁਝ ਕੀਤਾ। Haggai's words were effective. ਹਜਾਏ ਦੇ ਵਚਨ ਜਿਹੜੇ ਸੀ, ਸ਼ਬਦ ਜਿਹੜੇ ਸੀਗੇ, ਉਹਨਾਂ ਦਾ ਲੋਕਾਂ ਉੱਤੇ ਅਸਰ ਹੋਇਆ। First, the political leader Zerubbabel, he responded, and Joshua, the spiritual leader, we read that in verse 12. 12 ਚ ਲਿਖਿਆ ਕਿ ਜਿਹੜਾ ਜ਼ਰੂਬਬਲ ਹੈਗਾ, ਉਹ ਯਸ਼ੂਆ ਜਿਹੜਾ ਹੈਗਾ, ਇਹਨਾਂ ਲੋਕਾਂ ਨੇ ਸੁਣ ਕੇ ਕੁਝ ਕੀਤਾ। And then the people also responded as well, this remnant that had come back. ਜਿਹੜਾ ਫਿਰ ਬਾਕੀ ਬਕਿਆ ਸੀਗਾ ਲੋਕਾਂ ਦਾ, ਉਹਨਾਂ ਨੇ ਕੁਝ ਕੀਤਾ। So after 16 years, there was this renewed vision. 16 ਸਾਲਾਂ ਬਾਅਦ ਇੱਕ ਨਵਾਂ ਦਰਸ਼ਨ ਉਹਨਾਂ ਨੂੰ ਫਿਰ ਮਿਲਿਆ। People settled down to the task. ਲੋਕੀ ਉਹ ਕੰਮ ਵਿੱਚ ਜੁਟ ਗਏ। And in verse 15, God reassures them that he will be with them. Verse 13 rather. 13 ਅਧ ਵਿੱਚ ਪਰਮੇਸ਼ਰ ਨੇ ਕੀ ਕਿਹਾ ਕਿ ਮੈਂ ਤੁਹਾਡੇ ਨਾਲ ਹੋਊਂਗਾ ਇਸ ਕੰਮ ਦੇ ਵਿੱਚ। I am with you, says the Lord. मैं तुम्हारे साथ हूँ, खुदावंद फरमाता है। Brother, sister, will we respond in a similar way? कि ਅਸੀਂ ਵੀ ਏਦਾਂ ਕਰਾਂਗੇ? Are there fears? ਕਿ ਸਾਡੇ ਅੰਦਰ ਡਰ ਹੈ ਗਿਆ? Brother, sister, Bravo, start Bano. by coming back. Give priority to God. Start by coming back to church. ਕੀ ਤੁਸੀਂ ਪ੍ਰਭੂ ਨੂੰ ਪਹਿਲਾ ਦਰਜਾ ਨਹੀਂ ਦੋਗੇ? ਕੀ ਤੁਸੀਂ ਮੁੜ ਕੇ ਪ੍ਰਭੂ ਦੇ ਭਵਨ ਦੇ ਵਿੱਚ ਜਲਦੀ ਦੇ ਨਾਲ ਨਹੀਂ ਵਾਪਸ ਆਓਗੇ? And then start putting Christ first in your life and making changes. ਕੀ ਤੁਸੀਂ ਪ੍ਰਭੂ ਨੂੰ ਆਪਣੀ ਜ਼ਿੰਦਗੀ ਵਿੱਚ ਪਹਿਲਾ ਦਰਜਾ ਨਹੀਂ ਦੋਗੇ? ਕੀ ਤੁਸੀਂ ਹੌਲੀ-ਹੌਲੀ ਆਪਣੇ ਆਪ ਨੂੰ ਨਹੀਂ ਬਦਲੋਗੇ ਪਰਮੇਸ਼ਰ ਦੀ ਮਹਿਮਾ ਦੇ ਲਈ? Seek first the kingdom of God and his righteousness, and all things will be added to you. ਸਭ ਤੋਂ ਪਹਿਲਾਂ ਪਰਮੇਸ਼ਰ ਔਰ ਉਹਦੇ ਰਾਜ ਦੀ ਖੋਜ ਕਰੋ, ਫਿਰ ਸਾਰੀਆਂ ਚੀਜ਼ਾਂ ਤੁਹਾਨੂੰ ਬਖਸ਼ੀਆਂ Do ਜਾਊਗੀਆਂ। that and God will be with you. ਤੁਸੀਂ ਕਰੋਗੇ ਏਦਾਂ ਤਾਂ ਪਰਮੇਸ਼ਰ ਤੁਹਾਡੇ ਨਾਲ ਹੋਊਗਾ। So, firstly, God's accusations, to which Israel responds. ਪਹਿਲੀ ਗੱਲ ਪਰਮੇਸ਼ਰ ਨੇ ਦੋਸ਼ ਲਾਇਆ ਔਰ ਇਜ਼ਰਾਈਲ ਨੇ ਸੁਣ ਕੇ ਕੁਝ ਕੀਤਾ,
ਉਹ ਹਿਲਾਏ ਗਏ ਅੰਦਰੋਂ। Now we'll be shorter on the next 3 points. ਦੂਸਰੀਆਂ 3 ਗੱਲਾਂ ਅਸੀਂ ਥੋੜੀ ਦੱਸਾਂਗੇ। Secondly, God's message of encouragement. ਦੂਸਰੀ ਗੱਲ ਪਰਮੇਸ਼ਰ ਦਾ ਜਿਹੜਾ ਪੈਗਾਮ ਸੀਗਾ ਹੌਸਲੇ ਦਾ। This is his second sermon, ਦੂਸਰਾ ਪੈਗਾਮ ਹਜਾਈ ਦਾ chapter ਪ੍ਰਚਾਰ। 2, verse 1 to 9. ਦੂਸਰਾ ਚੈਪਟਰ ਪਹਿਲੀਆਂ 9 ਆਇਤਾਂ। So the Israelites begin to work, but it was hard work. ਸੋ ਇਜ਼ਰਾਈਲੀਆਂ ਨੇ ਸੇਵਾ ਸ਼ੁਰੂ ਕੀਤੀ ਔਰ ਮਿਹਨਤ ਕੀਤੀ। These days we have machinery, we have cranes, we have drills. ਅੱਜ ਕੱਲ੍ਹ ਮਸ਼ੀਨਾਂ ਹੈਗੀਆਂ ਸਾਡੇ ਕੋਲ ਬਣਾਉਣ ਦੇ ਲਈ, ਕਰੇਨਾਂ ਹੈਗੀਆਂ, ਡਰਿਲਾਂ ਹੈਗੀਆਂ, ਔਜ਼ਾਰ ਹੈਗੇ ਆ। Nothing like that existed in the land of Israel. ਇਜ਼ਰਾਈਲ ਦੇ ਜ਼ਮਾਨੇ ਵਿੱਚ ਇੱਦਾਂ ਦੀ ਮਸ਼ੀਨਾਂ ਕੋਈ ਨਹੀਂ ਸੀਗੀਆਂ। And I get amazed when I see some of these ancient buildings, ਜਦੋਂ ਅਸੀਂ ਪੁਰਾਣੀਆਂ ਇਮਾਰਤਾਂ ਦੇਖਦੇ ਹਾਂ ਇਜ਼ਰਾਈਲ ਦੇ ਵਿੱਚ ਤਾਂ ਦੇਖ ਕੇ ਹੈਰਾਨੀ ਹੁੰਦੀ ਆ। like the Taj Mahal, like the pyramids in Egypt. ਜੇ ਅਸੀਂ ਜਦੋਂ ਤਾਜ ਮਹਿਲ ਦੇਖਦੇ ਹੈਗੇ ਆ ਜਾਂ ਮਿਸਰ ਵਿੱਚ ਜਿਹੜੇ ਪਿਰਾਮਿਡ ਹੈਗੇ ਉਹ ਜਦੋਂ ਦੇਖਦੇ ਹਾਂ, like the Colosseum in Rome. ਰੋਮ ਦੇ ਜਿਹੜਾ ਕੋਲੋਸੀਅਮ ਹੈਗਾ, All of them were built by manpower and not by machine power. ਉਹ ਸਾਰੀਆਂ ਇਮਾਰਤਾਂ ਜਿਹੜੀਆਂ ਹੈਗੀਆਂ ਉਹ ਲੋਕਾਂ ਨੇ ਹੱਥਾਂ ਨਾਲ ਬਣਾਈਆਂ ਹੈਗੀਆਂ, ਨਾ ਕਿ ਮਸ਼ੀਨਾਂ ਦੁਆਰਾ। And it's amazing. ਦੇਖ ਕੇ ਹੈਰਾਨਗੀ ਹੁੰਦੀ ਬੰਦੇ ਨੂੰ ਕਿ ਕਿੰਨੀ ਸੋਹਣੀ। But as the Israelites built, ਜਿੱਦਾਂ ਇਜ਼ਰਾਈਲ ਨੇ ਬਣਾਇਆ, they obviously did not have the resources or the finance Solomon had when he built the first temple. ਜਿੰਨੇ ਪੈਸੇ ਸੁਲੇਮਾਨ ਬਾਦਸ਼ਾਹ ਦੇ ਕੋਲ ਸੀਗੇ ਉਨੇ ਪੈਸੇ ਇਹਨਾਂ ਲੋਕਾਂ ਕੋਲ ਨਹੀਂ ਸੀਗੇ ਜਦੋਂ ਇਹਨਾਂ ਨੇ ਦੁਬਾਰਾ ਮੁੜ ਕੇ ਪਰਮੇਸ਼ਰ ਦੀ ਹੈਕਲ ਬਣਾਉਣੀ ਸ਼ੁਰੂ ਕੀਤੀ। When the first temple was built. ਪਹਿਲੀ ਹੈਕਲ ਜਦੋਂ ਬਣੀ ਸੀਗੀ। And this now, as they're now building the second temple, rebuilding the temple, ਹੁਣ ਦੁਬਾਰਾ ਜਦੋਂ ਇਸ ਇਮਾਰਤ ਨੂੰ ਜਦੋਂ ਬਣਾ ਰਹੇ ਹੈਗੇ ਹੈਕਲ ਨੂੰ, this second temple was not as grand as Solomon's temple. ਇਹ ਦੂਸਰੀ ਹੈਕਲ ਜਿਹੜੀ ਹੈਗੀ ਹੈ ਪਹਿਲੀ ਹੈਕਲ ਵਾਂਗਰ ਆਲੀਸ਼ਾਨ ਨਹੀਂ ਸੀਗੀ। And it seemed more like a hut than a temple. ਲੱਗਦਾ ਕਿ ਜਿੱਦਾਂ ਕਿ ਕੁਟੀਆ ਬਣ ਗਈ ਹੈਗੀ ਆ ਉਸ ਦੇ ਨਿਸਬਤ ਕਿ ਜੋ ਸੁਲੇਮਾਨ ਨੇ ਬਣਾਇਆ ਸੀਗਾ। So Haggai speaks to the people. ਸੋ ਹਗਾਈ ਜਿਹੜਾ ਹੈਗਾ ਉਹ ਲੋਕਾਂ ਨਾਲ ਗੱਲ ਕਰਦਾ। In verse 3, ਤੀਸਰੀ ਆਇਤ ਵਿੱਚ it says, "Who is left among you who saw this temple in its former glory, and now, and how do you see it now in comparison with it? Is it not in your eyes as nothing?" कि दूसरा चैप्टर 30 आयत कि तुम में से किसने इस हैकल की पहली रौनक को देखा और अब कैसी दिखाई देती है? क्या ये तुम्हारी नज़र में नाचीज़ नहीं है? In comparison to the first temple, this temple seemed like nothing to the people who were there who had seen the first temple. ਉਹ ਕਹਿੰਦਾ ਜਿਨ੍ਹਾਂ ਨੇ ਤੁਸੀਂ ਪਹਿਲੀ ਇਮਾਰਤ ਦੇਖੀ ਕਿ ਪਹਿਲੀ ਹੈਕਲ ਦੇਖੀ ਆ ਉਹਦੀ ਨਿਸਬਤ ਜਿਹੜੀ ਦੂਸਰੀ ਹੈਕਲ ਜਿਹੜੀ ਬਣਾਈ ਹੈਗੀ ਆ ਕੀ ਤੁਹਾਨੂੰ ਇਹ ਨਾਚੀਜ਼ ਨਹੀਂ ਲੱਗਦੀ ਕਿ ਕੁਝ ਵੀ ਨਹੀਂ ਲੱਗਦੀ ਹੈਗੀ? Brother, sister, we simply do not know what will happen once churches, people start coming back to church. ਪ੍ਰਭੂ ਕਹਿੰਦਾ ਸਾਨੂੰ ਨਹੀਂ ਪਤਾ ਕਿ ਜਦੋਂ ਮੰਡਲੀਆਂ ਨੇ ਮੁੜ ਕੇ ਸ਼ੁਰੂ ਹੋਣਾ ਹੈਗਾ ਤਾਂ ਕੀ ਹੋਣਾ ਹੈਗਾ। Will people come back? ਕੀ ਲੋਕੀ ਆਉਗੇ? Or will some stay in exile? Will some never come back? ਜਾਂ ਕੀ ਕਈ ਭਰਾ ਭੈਣ ਜਿਹੜੇ ਹੈਗੇ ਉਹ ਸੀਰੀ ਵਿੱਚ ਚਲੇ ਜਾਓਗੇ ਉਹ ਕਦੇ ਵੀ ਵਾਪਸ ਮੁੜ ਕੇ ਨਹੀਂ ਆਉਗੇ? Once this COVID thing is over, will churches become smaller? ਜਦੋਂ ਕੋਵਿਡ ਖਤਮ ਹੋਊਗੀ ਤਾਂ ਕੀ ਮੰਡਲੀਆਂ ਜਿਹੜੀਆਂ ਹੈਗੀਆਂ ਇਹ ਅੱਗੇ ਨਾਲੋਂ ਛੋਟੀਆਂ ਹੋ ਜਾਊਗੀਆਂ? And we look back at the former glory days. ਅਸੀਂ ਪਿੱਛੇ ਮੁੜ ਕੇ ਦੇਖਾਂਗੇ ਕਿ ਕਦੋਂ ਇਹ ਬਿਲਡਿੰਗ ਭਰੀ ਹੁੰਦੀ ਸੀ, ਕਦੋਂ ਲੋਕੀ ਆਉਂਦੇ ਹੁੰਦੇ ਸੀਗੇ। But God says in verse 4 of chapter 2, ਦੂਸਰਾ ਚੈਪਟਰ ਚੌਥੀ ਆਇਤ ਵਿੱਚ ਪਰਮੇਸ਼ਰ ਫਰਮਾਉਂਦਾ, he says to Zerubbabel, be strong. ਲੇਕਿਨ ਐ ਜ਼ਰੁਬਾਬਲ ਹੌਸਲਾ ਰੱਖ। And to Joshua, be strong, the high priest. खुदावंद फरमाता है और ए सरदार काहन यशू बिन यहोसदाक हौसला रख। And he says to the people, be strong. और ए मुल्क के सब लोग को हौसला रखो। And it says, be strong in the work, for it says, for I am with you, says the Lord of hosts. खुदावंद फरमाता है कि और काम करो क्योंकि मैं तुम्हारे साथ हूँ। रब्बुल अल्फाज फरमाता है। What is he saying to us? परमेश्वर सानू की कह We रहा are to be strong. प्रभु कहता हौसला रखो। The work may not be as big as before. हो सकता है पहले जिन्ना बड़ा पहले जिन्नी बड़ी सेवा ना होवे, But what is the most important thing? पर सब तो जरूरी गल की हैगी आ We are to be strong because God is with us. ਅਸੀਂ ਹੌਸਲਾ ਰੱਖੀਏ ਕਿਉਂਕਿ ਸਾਡਾ ਪਰਮੇਸ਼ਰ ਸਾਡੇ ਨਾਲ ਹੈਗਾ। And God will keep his covenant, his promise. ਪ੍ਰਭੂ ਆਪਣੇ ਅਹਿਦ ਨੂੰ ਆਪਣੇ ਅਹਿਕਾਮ ਨੂੰ ਬਣ ਕੇ ਰੱਖੂਗਾ, ਬਣਾ ਕੇ ਰੱਖੂਗਾ। In verse 5 it says, my spirit remains among you, do not fear. मिस्र से निकलते वक्त मैंने तुमको से जो
अहद किया था उसके मुताबिक मेरी मेरी Spirit. वो रूह तुम्हारे साथ रहती है, हिम्मत ना हारो। If God calls us to build His kingdom, ਜੇ ਪਰਮੇਸ਼ਰ ਚਾਹੁੰਦਾ ਹੈ ਕਿ ਅਸੀਂ ਉਹਦੇ ਰਾਜ ਨੂੰ ਬਣਾਈਏ, He doesn't just leave us, He strengthens us and He's with us. ਪ੍ਰਭੂ ਸਾਨੂੰ ਇਕੱਲਿਆਂ ਨੂੰ ਛੱਡ ਨਹੀਂ ਦਿੰਦਾ ਹੈਗਾ, ਪ੍ਰਭੂ ਸਾਨੂੰ ਤਾਕਤ ਦਿੰਦਾ, ਹੌਸਲਾ ਦਿੰਦਾ, ਸਾਡੀ ਮਦਦ ਕਰਦਾ ਹੈਗਾ। And God tells Israel here ਪ੍ਰਭੂ ਕਹਿੰਦਾ ਹੈ ਇਸਰਾਇਲ ਨੂੰ that this new temple may not be as grand as Solomon's temple, ਬੇਸ਼ੱਕ ਇਹ ਨਵੀਂ ਹੈਕਲ ਸੁਲੇਮਾਨ ਦੀ ਪਹਿਲੀ ਹੈਕਲ ਦੇ ਵਾਂਗਰ ਆਲੀਸ਼ਾਨ ਨਾ ਹੋਵੇ, but it will be greater than Solomon's ਪਰ temple. ਸੁਲੇਮਾਨ ਦੀ ਹੈਕਲ ਤੋਂ ਇਹ ਵੱਡੀ ਹੋਊਗੀ। Why? ਕਿਉਂ? Because in the old temple, ਕਿਉਂਕਿ ਪੁਰਾਣੀ ਹੈਕਲ ਦੇ ਵਿੱਚ, ਪਹਿਲੀ ਹੈਕਲ ਦੇ ਵਿੱਚ God's presence was visible in the Holy of Holies through smoke and fire. ਪਰਮੇਸ਼ਰ ਦੀ ਹਜ਼ੂਰੀ ਜ਼ਾਹਿਰ ਹੁੰਦੀ ਸੀ, ਦਿਖਾਈ ਦਿੰਦੀ ਸੀ ਉੱਚ ਪਵਿੱਤਰ ਜਗ੍ਹਾ ਦੇ ਵਿੱਚ ਇੱਕ ਬੱਦਲ ਔਰ ਧੂਏ ਦੇ ਤੌਰ ਤੇ। But in the new temple, ਪਰ ਨਵੀਂ ਦੂਸਰੀ ਹੈਕਲ ਦੇ ਵਿੱਚ God's presence will not be seen in the smoke and fire. ਪਰਮੇਸ਼ਰ ਦੀ ਹਜ਼ੂਰੀ ਅੱਗ ਔਰ ਧੂਏ ਦੇ ਵਿੱਚ ਪ੍ਰਗਟ ਨਹੀਂ ਹੋਊਗੀ ਉਹਦੀ ਮਹਿਮਾ, But God Himself will come and walk in the grounds of the temple. ਪਰਮੇਸ਼ਰ ਕਹਿੰਦੇ ਮੈਂ ਖੁਦ ਆਪ ਆ ਕੇ ਤੁਹਾਡੀ ਹੈਕਲ ਦੀ ਜ਼ਮੀਨ ਉੱਤੇ ਮੈਂ ਖੁਦ ਚੱਲਿਆ ਫਿਰੂੰਗਾ, ਤੁਹਾਡੇ ਵਿਚਕਾਰ ਮੈਂ ਤੁਰਿਆ ਫਿਰੂੰਗਾ। Chapter 2 verse 7. ਦੂਸਰਾ ਚੈਪਟਰ 7ਵੀਂ It ਆਇਤ, says, and I will shake all nations, and they shall come to see the desire of all nations, and I will fill this temple with glory, says the Lord of hosts. मैं सब कौमों को हिला दूंगा और उनकी मरगूब चीज़ें आएंगी और मैं इस घर को जलाल से मामूर करूंगा, रब्बुल अल्फाज फरमाता है। The desire of all nations, the treasure of all nations shall come to this temple and fill it with its glory. ਉਹ ਕੌਮਾਂ ਜਿਹੜੀਆਂ ਹੈਗੀਆਂ, ਜਿਹੜੀਆਂ ਸੋਹਣੀਆਂ ਕੌਮਾਂ ਹੈਗੀਆਂ, ਜਿਹੜੀਆਂ ਅੱਛੀਆਂ ਕੌਮਾਂ ਹੈਗੀਆਂ, ਉਹ ਆ ਕੇ ਇੱਥੇ ਇਸ ਹੈਕਲ ਨੂੰ ਭਰੂਗੀਆਂ ਔਰ ਪਰਮੇਸ਼ਰ ਦੀ ਸ਼ਾਨ ਹੋਊਗੀ। 500 years after Haggai, ਹਜਾਈ ਦੇ ਬਾਅਦ 500 ਸਾਲ ਬਾਅਦ in the same temple, ਇਸੀ ਹੈਕਲ ਦੇ ਵਿੱਚ who came to the temple? ਕੌਣ ਆਇਆ ਇਸ ਹੈਕਲ ਦੇ ਵਿੱਚ? Jesus came and walked in the grounds of the temple. ਪਰਮੇਸ਼ਰ ਪ੍ਰਭੂ ਯਿਸੂ ਮਸੀਹ ਖੁਦ ਆਪ ਇਸ ਹੈਕਲ ਦੇ ਵਿੱਚ ਆਪਣੇ ਸੁੰਦਰ ਪੈਰਾਂ ਦੇ ਨਾਲ ਉੱਥੇ ਵਿਚਕਾਰ ਚੱਲਦੇ ਫਿਰਦੇ ਸੀ। With His presence, He brought greater glory to it. ਪ੍ਰਭੂ ਯਿਸੂ ਮਸੀਹ ਦੇ ਆਉਣ ਦੇ ਨਾਲ ਇਸ ਹੈਕਲ ਦੇ ਵਿੱਚ ਉਸ ਵੇਲੇ ਇਹਦੀ ਇਸ ਹੈਕਲ ਦੀ ਸ਼ਾਨ ਵੱਧ ਗਈ। And He would bring peace. ਪ੍ਰਭੂ ਯਿਸੂ ਮਸੀਹ ਸਲਾਮਤੀ ਲੈ ਕੇ ਆਏ। Through His death, He'll unite Jews and Gentiles, and all nations will enter God's kingdom. ਆਪਣੀ ਮੌਤ ਦੇ ਦੁਆਰਾ ਪ੍ਰਭੂ ਯਿਸੂ ਮਸੀਹ ਯਹੂਦੀਆਂ ਨੂੰ, ਗੈਰ ਕੌਮੀਆਂ ਨੂੰ ਮਿਲਾਓਗੇ ਔਰ ਸਾਰੀਆਂ ਕੌਮਾਂ ਜਿਹੜੀਆਂ ਹੈਗੀਆਂ ਉਹ ਰਲ ਕੇ ਹੈਕਲ 'ਚ ਆਉਗੀਆਂ, ਸਾਰੀਆਂ ਕੌਮਾਂ ਰਲ ਕੇ ਪਰਮੇਸ਼ਰ ਦੀ ਤਮਜੀਦ ਕਰੂਗੀਆਂ। God keeps a remnant in every generation. ਹਰ ਯੁੱਗ ਦੇ ਵਿੱਚ ਪਰਮੇਸ਼ਰ ਥੋੜਾ ਜਿਹਾ ਬਕੀਆ ਆਪਣੇ ਲੋਕਾਂ ਦਾ ਬਚਾਈ ਰੱਖਦਾ We ਹੈਗਾ। need not look to the past, ਬੀਤੇ ਸਮੇਂ ਵੱਲ ਨਾ ਦੇਖੋ, but maybe in the future, ਹੋ ਸਕਦਾ ਆਉਣ ਵਾਲੇ ਸਮੇਂ there ਵਿੱਚ may be more people, there may be less people, ਹੋ ਸਕਦਾ ਤੇ ਜ਼ਿਆਦਾ ਲੋਕ ਹੋਣ, ਹੋ ਸਕਦਾ ਤੇ ਥੋੜੇ ਲੋਕੀ ਹੋਣ, but it's better to have people who are more committed, ਪਰ ਉਹ ਲੋਕੀ ਚਾਹੀਦੇ ਆ ਜਿਨ੍ਹਾਂ ਦੇ ਵਿੱਚ ਲਗਨ ਹੋਵੇ ਪ੍ਰਭੂ ਦੇ ਲਈ। and that way God's glory is greater ਪਰਮੇਸ਼ਰ ਦੀ ਸ਼ਾਨ ਹੋਰ ਜ਼ਿਆਦਾ ਵੱਖਰੀ ਵੱਧਦੀ ਆ, because He's with us and we will be strong in Him. ਕਿਉਂਕਿ ਪਰਮੇਸ਼ਰ ਸਾਡੇ ਵਿਚਕਾਰ ਹੈਗੇ ਆ, ਉਹਦੇ ਵਿੱਚ ਅਸੀਂ ਮਜ਼ਬੂਤ ਕੀਤੇ ਜਾਂਦੇ ਆ। So don't be discouraged. ਸੋ ਨਿਰਾਸ਼ ਨਾ ਹੋਵੋ। Thirdly, ਤੀਸਰੀ ਗੱਲ, God's message of purity. ਪਵਿੱਤਰਤਾਈ ਦਾ, ਪਾਕੀਜ਼ਗੀ ਦਾ ਪੈਗਾਮ Now, this ਪਰਮੇਸ਼ਰ is ਦਾ। chapter 2, verse 10 through to 19. ਦੂਸਰਾ ਚੈਪਟਰ 10 ਤੋਂ 19 ਆਇਤ, This is Haggai's third sermon. ਹਜਾਈ ਦਾ ਤੀਸਰਾ ਪ੍ਰਚਾਰ। Now, what is Haggai saying here? ਕੀ ਕਹਿ ਰਿਹਾ ਹੈਗਾ ਹਜਾਈ ਇੱਥੇ? He's saying that we can be involved in God's work, ਕਹਿੰਦੇ ਅਸੀਂ ਕੰਮਾਂ, ਪਰਮੇਸ਼ਰ ਦੇ ਕੰਮਾਂ 'ਚ ਅਸੀਂ ਮਸਰੂਫ ਹੋ ਸਕਦੇ ਹਾਂ, but we can defile that work if we do not live holy ਪਰ lives. ਜੇ ਸਾਡਾ ਜੀਵਨ ਪਵਿੱਤਰ ਨਾ ਹੋਵੇ ਤਾਂ ਅਸੀਂ ਪਰਮੇਸ਼ਰ ਦੇ ਕੰਮਾਂ ਨੂੰ ਨਾਪਾਕ ਕਰ ਦਿੰਦੇ ਹੈਗੇ ਆ। In verse 13, 13 ਆਇਤ ਦੇ ਵਿੱਚ Haggai says, ਹਜਾਈ ਕਹਿੰਦਾ if one is ceremonially unclean because they touch a dead body, फिर हजाई ने पूछा कि अगर कोई किसी मुर्दे को छूने से नापाक हो गया हो and they touch something else, और वो होर किसी चीज़ ਨੂੰ छूए will they make that other thing unclean? तो क्या वो चीज़ नापाक हो जाएगी? And the priests say, yes, that other thing will become ceremonially unclean. कहानों ने जवाब दिया
जरूर नापाक हो जाएगी। Haggai says in chapter 2 verse 14, it's the same with the people of God. 14 ਵਿੱਚ है कहता फिर हजाई ने कहा खुदावंद फरमाता है कि मेरी नज़र में इन लोगों Who are building the temple. और एक कौम ਜਿਹੜੀ ਹੈਕਲ ਨੂੰ ਬਣਾ ਰਹੀ ਹੈਗੀ ਆ, If they are ceremonially unclean, ਇਦਾਂ ਹੀ ਹੈ ਕਿ ਜੇ ਉਹ ਨਾਪਾਕ ਹੈਗੇ ਆ, what they do in building the temple also becomes unclean and ਜੇ ਉਹ unholy. ਨਾਪਾਕ ਹੈਗੇ ਆ, ਜੋ ਨਾਪਾਕ ਹੈਗੇ ਆ ਤੇ ਜੋ ਕੰਮ ਕਰਦੇ ਆ, ਜੋ ਹੈਕਲ ਬਣਾਉਂਦੇ ਆ, ਉਹ ਵੀ ਨਾਪਾਕ ਹੋਊਗੀ। The point is this, ਗੱਲ ਇਹ ਹੈਗੀ ਆ, you and I can be doing God's work, ਤੁਸੀਂ ਤੇ ਮੈਂ ਬੇਸ਼ੱਕ ਅਸੀਂ ਪਰਮੇਸ਼ਰ ਦੀ ਸੇਵਾ ਕਰਦੇ ਹੋਈਏ, but if we have unholy lives, ਪਰ ਜੇ ਸਾਡੇ ਜੀਵਨ ਪ੍ਰਭੂ ਦੀ ਮਰਜ਼ੀ ਦੇ ਅਨੁਸਾਰ ਨਹੀਂ ਹੈਗੇ, that defiles what we do. ਫਿਰ ਜੋ ਅਸੀਂ ਕਰਦੇ ਆ ਉਹਦੇ ਵਿੱਚ ਅਸੀਂ ਗੰਦਗੀ ਪੈਦਾ ਕਰਦੇ ਆ। You can have a magnificent church building and be building it, ਤੁਹਾਡੀ ਚਰਚ ਦੀ ਬਿਲਡਿੰਗ ਭਾਵੇਂ ਬੇਸ਼ੱਕ ਜਿੰਨੀ ਮਰਜ਼ੀ ਸੋਹਣੀ ਹੋਵੇ, but that doesn't mean that you are going to produce a holy and a godly congregation. ਇਹਦਾ ਮਤਲਬ ਇਹ ਨਹੀਂ ਹੈਗਾ ਕਿ ਜੇ ਚਰਚ ਦੀ ਬਿਲਡਿੰਗ ਸੋਹਣੀ ਆ ਤੇ ਜਿਹੜੀ ਵਿੱਚ ਮੰਡਲੀ ਬੈਠੂਗੀ, ਜਿਹੜੇ ਜਮਾਤ ਬੈਠੂਗੀ ਲੋਕਾਂ ਦੀ, ਉਹ ਵੀ ਸਹੀ ਹੋਊਗੇ। You can engage in tremendous Bible studies and evangelism and teaching and preaching. ਜਿੰਨੀ ਮਰਜ਼ੀ ਵੱਡੀ ਵੱਡੀ ਬਾਈਬਲ ਸਟੱਡੀਆਂ ਕਰ ਲਓ, ਪ੍ਰਚਾਰ ਕਰ ਲਓ, ਮਨਾਦੀ ਕਰ ਲਓ, ਵਚਨ ਸੁਣਾਓ, But if our lives are defiled, ਜੇ ਸਾਡੀ ਜ਼ਿੰਦਗੀਆਂ ਵਿੱਚ ਨਾਪਾਕੀਜ਼ਗੀ what ਹੈਗੀ ਆ, we touch and do will be affected. ਜਿਸ ਚੀਜ਼ ਨੂੰ ਤੁਸੀਂ ਛੂਹੋਗੇ ਉਹਨੂੰ ਤੁਸੀਂ ਨਾਪਾਕ ਕਰ ਦੋਗੇ, ਗੰਦਾ ਕਰ ਦੋਗੇ। So these people were building the temple, ਸੇ ਲੋਕੀ ਹੈਕਲ ਬਣਾ ਤਾਂ ਰਹੇ ਸੀਗੇ, but they lost sight of their holiness and their spiritual condition. ਉਹ ਆਪਣੀ ਰੂਹਾਨੀ ਹਾਲਤ ਨੂੰ, ਆਪਣੀ ਨਾਪਾਕੀਜ਼ਗੀ ਨੂੰ ਨਹੀਂ ਦੇਖ ਰਹੇ ਸੀਗੇ। And brother, sister, this is a danger that that can happen to us. ਭਰਾਵੋ ਭੈਣੋ, ਇਹ ਖਤਰਾ ਹੈਗਾ ਜਿਹੜਾ ਤੁਹਾਡੇ ਨਾਲ, ਮੇਰੇ ਨਾਲ, ਸਾਡੇ ਨਾਲ ਹੋ ਸਕਦਾ ਹੈਗਾ। We can be doing Christ's work but lose sight of Christ and holy living. ਅਸੀਂ ਪ੍ਰਭੂ ਦੇ ਕੰਮਾਂ ਦੇ ਵਿੱਚ ਅਸੀਂ ਜੁਟੇ ਹੋਈਏ ਕਿ ਅਸੀਂ ਸਹੀ ਜ਼ਿੰਦਗੀ ਗੁਜ਼ਾਰਨੀ ਨਹੀਂ, ਪਾਕੀਜ਼ਗੀ ਦੀ ਜ਼ਿੰਦਗੀ ਗੁਜ਼ਾਰਨੀ ਅਸੀਂ ਭੁੱਲ ਜਾਂਦੇ ਹਾਂ। Because people look at us, ਜਦੋਂ ਲੋਕੀ ਦੇਖਦੇ ਸਾਡੇ ਵੱਲ, they say, look, they're doing holy work, but they're just like the world. ਉਹ ਕਹਿੰਦੇ ਦੇਖੋ ਇਹ ਚੰਗੇ ਕੰਮ ਤਾਂ ਕਰਦੇ ਹੈਗੇ ਆ, ਪਰ ਜਿੱਦਾਂ ਦੁਨੀਆ ਕਰਦੀ ਆ ਨਾ, ਬਿਲਕੁਲ ਉਦਾਂ ਹੀ ਕਰਦੇ ਆ। And our Christianity becomes irrelevant. ਫਿਰ ਸਾਡਾ ਵਿਸ਼ਵਾਸ ਇੱਕ ਮਜ਼ਾਕ ਬਣ ਕੇ ਰਹਿੰਦਾ। We need to be leading holy lives. ਪਵਿੱਤਰ ਜੀਵਨ ਗੁਜ਼ਾਰੋ, We need to be ambassadors for Christ. ਮਸੀਹ ਦੇ ਏਲਚੀ ਬਣੋ। This is essential for doing God's work and it glorifies Him. ਇਹ ਜ਼ਰੂਰੀ ਹੈਗਾ ਪ੍ਰਭੂ ਦੀ ਮਹਿਮਾ ਦੇ ਲਈ, ਪ੍ਰਭੂ ਦੇ ਕੰਮ ਦੇ ਵਿੱਚ, ਤਾਂ ਕਿ ਸਾਡੇ ਪਰਮੇਸ਼ਰ So ਦਾ ਨਾਮ ਉੱਚਾ ਹੋਵੇ। as we come back, ਸੋ ਜਦੋਂ ਅਸੀਂ ਵਾਪਸ ਆਉਂਦੇ ਆ, have this goal in your mind to build and to be holy. ਇਹ ਨਿਸ਼ਾਨਾ ਸਾਡੇ ਜ਼ਿਹਨ 'ਚ ਹੋਣਾ ਚਾਹੀਦਾ ਕਿ ਅਸੀਂ ਬਣਾਈਏ ਪਰਮੇਸ਼ਰ ਦਾ ਭਵਨ ਔਰ ਪਵਿੱਤਰਤਾਈ ਦੇ ਨਾਲ, ਪਾਕੀਜ਼ਗੀ ਦੇ ਨਾਲ ਬਣਾਈਏ। So firstly, God's accusations. ਸੋ That's ਪਹਿਲੀ the ਗੱਲ first ਪਰਮੇਸ਼ਰ ਦਾ sermon. ਦੋਸ਼ ਹੈ ਜਾਏ ਪਹਿਲੇ ਚੈਪਟਰ 'ਚ। And the people respond to the message. ਲੋਕਾਂ ਨੇ ਪੈਗਾਮ ਸੁਣ ਕੇ ਕੁਝ ਕੀਤਾ। Second, God's message of encouragement. ਦੂਸਰਾ ਪੈਗਾਮ ਜਿਹੜਾ ਸੀਗਾ ਹੌਸਲੇ ਦਾ ਪੈਗਾਮ। The people are encouraged, even though the temple will be smaller, they know that God is with them. ਲੋਕਾਂ ਨੂੰ ਹੌਸਲਾ ਸੀਗਾ ਕਿ ਬੇਸ਼ੱਕ ਦੂਸਰੀ ਹੈਕਲ ਛੋਟੀ ਹੋਊਗੀ, ਪਰ ਪਰਮੇਸ਼ਰ ਸਾਡੇ ਨਾਲ ਹੈਗਾ। Glory will be greater in the second temple ਦੂਸਰੀ ਹੈਕਲ ਦੇ ਵਿੱਚ ਮਹਿਮਾ ਵੱਡੀ ਹੋਊਗੀ ਪਰਮੇਸ਼ਰ ਦੀ, because Christ will walk in it. ਕਿਉਂਕਿ ਪ੍ਰਭੂ ਯਿਸੂ ਮਸੀਹ ਖੁਦ ਆਪ ਉਸ ਹੈਕਲ ਦੇ ਵਿੱਚ ਚੱਲੂ Thirdly, ਫਿਰੂਗੇ। God's message of purity. ਤੀਸਰਾ ਪੈਗਾਮ ਜਿਹੜਾ ਹੈਗਾ ਹੈ ਜਾਇਦਾ ਹੈਗਾ ਪ੍ਰਭੂ ਦੀ ਪਵਿੱਤਰਤਾ ਦੇ ਬਾਰੇ। And finally, God's future hope. ਆਖਰ ਦੇ ਵਿੱਚ ਪਰਮੇਸ਼ਰ ਦੀ ਜਿਹੜੀ ਆਸ ਹੈਗੀ So ਆਖਰੀ that's chapter 2, verse 20 through to 23. ਦੂਸਰਾ ਚੈਪਟਰ 22 ਤੋਂ 23 ਹੈ। So this was Haggai's last message, ਇਹ ਹਜਾਈ ਦਾ ਅਖੀਰਲਾ ਪੈਗਾਮ ਸੀਗਾ। after which we don't hear of him again. ਇਸ ਤੋਂ ਬਾਅਦ ਫਿਰ ਅਸੀਂ ਹਜਾਈ ਦੇ ਬਾਰੇ ਮੁੜ ਕੇ ਕਦੇ ਸੁਣਦੇ ਨਹੀਂ ਹੈਗੇ। But remember what he said. ਪਰ ਦੇਖੋ ਕੀ ਕਹਿੰਦਾ, Or remember what I said. ਜਿਵੇਂ ਕਿਹਾ Israel had to survive as a nation. ਇਜ਼ਰਾਈਲ ਨੂੰ ਜੀਂਦਾ ਰਹਿਣਾ ਸੀਗਾ। David's family line could not be destroyed, otherwise Christ could not come. ਦਾਊਦ ਦੀ ਨਸਲ ਖਤਮ ਨਹੀਂ ਹੋ ਸਕਦੀ ਸੀਗੀ, ਜੇ ਖਤਮ ਹੋ ਜਾਂਦੀ ਤਾਂ ਪ੍ਰਭੂ ਯਿਸੂ ਮਸੀਹ ਨੇ ਕਿੱਥੋਂ ਆਉਣਾ ਸੀਗਾ। So what does God say through Haggai? ਪਰਮੇਸ਼ਰ ਕੀ ਕਹਿ ਰਿਹਾ ਹਜਾਈ ਨੂੰ? He says ਪ੍ਰਭੂ ਕਹਿੰਦੇ ਆ that he will defeat the heathen nations, the ਕਿ heathen people. ਤੂੰ ਗੈਰ ਕੌਮੀ ਮੁਲਕਾਂ ਨੂੰ ਨੇਸਤੋ ਨਾਬੂਦ ਕਰ ਦੂੰਗਾ। Chapter 2, verse 21 and 22. 21 ਆਇਤ। And he will make Zerubbabel
like a signet ring. ਪ੍ਰਭੂ ਕਹਿੰਦਾ ਕਿ ਮੈਂ ਜ਼ਰੁਬਾਬਲ ਨੂੰ ਇੱਕ ਅੰਗੂਠੀ ਬਣਾਉਂਗਾ। Yeah, that's in verse 23. ਤੇ ਇਹ ਇਹਦੇ ਵਿੱਚ So, because God had chosen him. ਕਿਉਂਕਿ ਪ੍ਰਭੂ ਨੇ ਉਹਨੂੰ ਚੁਣਿਆ ਸੀਗਾ। Zerubbabel was a governor, he was the ruler of the people there. ਜ਼ਰੁਬਾਬਲ ਇੱਕ ਹਾਕਮ ਸੀਗਾ, He was ਲੋਕਾਂ ਉੱਤੇ ਰਾਜ ਕਰਦਾ ਸੀਗਾ। He was doing a messy job building the temple. ਉਹ ਵੱਡਾ ਕੰਮ ਕਰ ਰਿਹਾ ਸੀਗਾ ਹੈਕਲ ਨੂੰ ਬਣਾਉਣ ਦਾ। But turn to Matthew. ਪਰ ਮਤੀ ਦੀ ਇੰਜੀਲ ਚਾਹੋ, Matthew chapter 1 and verse 12. ਮਤੀ ਪਹਿਲਾ ਚੈਪਟਰ 12 ਆਇਤ There ਇੱਥੇ it says, and ਕੀ ਲਿਖਿਆ? after they were brought to Babylon, Jeconiah begot Shealtiel, and Shealtiel begot Zerubbabel. और गिरफ्तार होकर बाबुल जाने के बाद यकुना से शलतील पैदा हुआ और शलियतील से जरुबाबल पैदा हुआ। So this is the genealogy here of Christ, and here it's mentioned. ये प्रभु यीशु Zerubbabel मसीह is mentioned. ये प्रभु यीशु मसीह ਦਾ ਨਸਬ ਨਾਮ ਹੈਗਾ, ਇੱਥੇ ਜ਼ਰੁਬਾਬਲ ਦਾ ਜ਼ਿਕਰ ਆਉਂਦਾ। But then if you go on, ਫਿਰ ਅੱਗੇ ਵਧੋ in verse 16, 16 ਦੇ ਵਿੱਚ it tells us, and Jacob begot Joseph, and the husband of Mary, of whom was born Jesus, who is called Christ. 16 आयत, और यकूब से यूसुफ पैदा हुआ, ये उस मरियम का शौहर है था जिससे यीशु पैदा हुआ जो मसीह कहलाता है। Can you see the significance here? देखिए तो कितनी अहम गल हैगी आ। Christ had to come through the family line of King David. प्रभु यीशु मसीह ਦਾ ਆਉਣਾ ਜ਼ਰੂਰੀ ਸੀਗਾ ਸਮੂਏਲ ਦੀ ਜਿਸਮ ਦੁਆਰਾ। The nation had scattered. ਜਿਹੜਾ ਕੌਮਾਂ ਸੀਗੀਆਂ ਉਹ ਤਾਂ ਪ੍ਰਗੰਦਾ ਹੋ ਗਈਆਂ ਸੀਗੀਆਂ। The kings had been scattered. ਰਾਜੇ ਬਿਖਰ ਗਏ ਸੀਗੇ। But Zerubbabel is mentioned here. ਜ਼ਰੁਬਾਬਲ ਦਾ ਜ਼ਿਕਰ ਆਉਂਦਾ ਹੈਗਾ ਇੱਥੇ। Zerubbabel keeps the family line of David because he was from that family line. ਜ਼ਰੁਬਾਬਲ ਜਿਹੜਾ ਸੀਗਾ ਉਹਨੇ ਨਸਲ ਚਲਾਈ ਰੱਖੀ, ਕਿਉਂਕਿ ਉਹ ਵੀ ਉਸੇ ਨਸਲ ਦੇ ਚੋਂ ਸੀਗਾ ਜਿਸ ਦੇ ਵਿੱਚੋਂ, ਜਿਸ ਖੂਨ ਦੇ ਵਿੱਚੋਂ ਪ੍ਰਭੂ ਯੀਸ਼ੂ ਮਸੀਹ ਨੇ ਆਉਣਾ ਸੀਗਾ। And he's God's chosen signet ring. ਉਹ ਪ੍ਰਭੂ ਦਾ ਚੁਣਿਆ ਹੋਇਆ, ਚੁਣੀ ਹੋਈ ਅੰਗੂਠੀ ਸੀਗੀ ਉਹ। These were rings that kings wore. ਇਹੋ ਹੀ ਅੰਗੂਠੀਆਂ ਹੈਗੀਆਂ ਜਿਹਨੇ ਕਿ ਬਾਦਸ਼ਾਹ ਲੋਕੀ ਪਹਿਨਦੇ ਸੀਗੇ ਆਪਣੇ ਨਿਸ਼ਾਨ ਦੀ। He wasn't a king, but he was of a kingly line. ਜ਼ਰੁਬਾਬਲ ਬਾਦਸ਼ਾਹ ਤਾਂ ਨਹੀਂ ਸੀਗਾ, ਪਰ ਉਹ ਬਾਦਸ਼ਾਹ ਦੇ ਖਾਨਦਾਨ ਦੇ ਵਿੱਚੋਂ ਸੀਗਾ। And so God's promise would be fulfilled. ਪਰਮੇਸ਼ਰ ਦਾ ਇਰਾਦਾ, ਪਰਮੇਸ਼ਰ ਦਾ ਵਾਅਦਾ ਪੂਰਾ ਹੋਣਾ ਸੀ ਇਸੇ ਤਰ੍ਹਾਂ। So as they built the temple, ਸੋ ਜਿੱਦਾਂ ਉਹਨਾਂ ਨੇ ਹੈਕਲ ਬਣਾਈ, there's future hope of the coming Messiah as God promised through the family line of David. ਉਹਨਾਂ ਦੀ ਆਸ ਜਿਹੜੀ ਸੀਗੀ ਆਉਣ ਵਾਲੇ ਮੁਕਤੀ ਦਾਤਾ ਪਰਮੇਸ਼ਰ ਪ੍ਰਭੂ ਯੀਸ਼ੂ ਮਸੀਹ ਦੀ, ਉਹ ਦਾਊਦ ਬਾਦਸ਼ਾਹ ਦੇ ਨਸਲ ਦੇ ਦੁਆਰਾ ਉਹ ਪੂਰੀ ਹੋਣੀ ਸੀਗੀ। So they were not to neglect the work. ਇਸ ਕਰਕੇ ਕਹਿੰਦਾ ਕਿ ਤੁਸੀਂ ਇਸ ਕੰਮ ਵਿੱਚ ਦੇਰੀ ਨਾ ਕਰੋ, God will keep his promise. ਪ੍ਰਭੂ ਆਪਣੇ ਵਾਅਦੇ ਪੂਰੇ ਕਰੂਗਾ। So in closing, let me ask you, ਸੋ ਆਖਰ ਤੇ ਤੁਹਾਨੂੰ ਪੁੱਛਦੇ ਹਾਂ, what are you and I doing for in building for Christ and living for him? ਤੁਸੀਂ ਤੇ ਮੈਂ, ਅਸੀਂ ਪਰਮੇਸ਼ਰ ਦੇ ਰਾਜ ਨੂੰ ਬਣਾਉਣ ਦੇ ਵਿੱਚ ਸਾਡਾ ਕੀ ਹੱਥ ਹੈਗਾ, ਅਸੀਂ ਕੀ ਕਰ ਰਹੇ ਹੈਗੇ ਹਾਂ। One day God will shake the heavens again. ਇੱਕ ਦਿਨ ਪਰਮੇਸ਼ਰ ਨੇ ਅਸਮਾਨਾਂ ਨੂੰ ਹਿਲਾ ਕੇ ਰੱਖ ਦੇਣਾ, And the King of Kings will come. ਰਾਜਾ ਦਾ ਰਾਜਾ ਆਊਗਾ, Christ will come again. ਪ੍ਰਭੂ ਯੀਸ਼ੂ ਮਸੀਹ ਆਣਗੇ, But this time in all his glory. ਇਸकी ਆਪਣੀ ਪੂਰੀ ਸ਼ਾਨ ਸ਼ੌਕਤ ਦੇ ਵਿੱਚ ਆਓਗੇ। Are we building? Are we living ਕਿ for ਅਸੀਂ him? ਜੀ Are ਰਹੇ we ਹੈਗੇ ਹਾਂ? serving him? ਕਿ ਅਸੀਂ ਜੀ ਰਹੇ ਹੈਗੇ ਹਾਂ, ਅਸੀਂ ਬਣਾ ਰਹੇ ਹੈਗੇ ਪ੍ਰਭੂ ਦੀ ਆਮਦ ਦੇ ਲਈ, ਅਸੀਂ ਤਿਆਰੀ ਕਰ ਰਹੇ ਹੈਗੇ Where ਹਾਂ। are our priorities? ਸਾਡੀ ਪਹਿਲ, ਸਾਡਾ ਦਿਲ ਕਿੱਥੇ ਹੈਗਾ? Are we more concerned about our building, our wealth and our houses, but have no time for God's kingdom? ਕਿ ਸਾਨੂੰ ਆਪਣਾ ਘਰ, ਆਪਣੀ ਦੌਲਤ ਬਣਾਉਣ ਤੇ ਅਸੀਂ ਇੰਨੇ ਲੱਗੇ ਹੋਏ ਆ ਕਿ ਸਾਨੂੰ ਚੇਤਾ ਭੁੱਲ ਗਿਆ ਕਿ ਪ੍ਰਭੂ ਦੇ ਘਰ ਨੂੰ ਵੀ ਬਣਾਉਣਾ ਹੈਗਾ। Are we saying, not yet, the time is not right, the time is not right? ਕੀ ਪ੍ਰਭੂ ਦੇ ਕੰਮਾਂ ਦੇ ਲਈ ਅਸੀਂ ਹਜੇ ਵੀ ਕਹਿੰਦੇ ਹੈਗੇ ਆ ਕਿ ਹਜੇ ਸਮਾਂ ਸਹੀ ਨਹੀਂ ਹੈਗਾ, ਹਜੇ ਵਕਤ ਨਹੀਂ ਆਇਆ ਹੈਗਾ, ਹਜੇ ਸਮਾਂ ਠੀਕ ਨਹੀਂ ਹੈਗਾ। And as a result, we become idle and lazy, and we form bad habits in lockdown. ਨਤੀਜਾ ਕੀ ਹੈਗਾ ਕਿ ਲੋਕਡਾਊਨ ਦੇ ਵਿੱਚ ਸਾਨੂੰ ਮਾੜੀਆਂ ਆਦਤਾਂ ਪੈ ਗਈਆਂ, ਅਸੀਂ ਘਰ ਬਹਿ ਗਏ ਆ, ਅਸੀਂ ਪ੍ਰਭੂ ਦੇ ਲਈ ਆਲਸੀ ਬਣ ਗਏ, ਕੋਈ ਕਰਦੇ ਨਹੀਂ ਹੈਗੇ ਅਸੀਂ। And spiritual things are neglected. ਰੂਹਾਨੀ ਗੱਲਾਂ ਜਿਹੜੀਆਂ ਹੈਗੀਆਂ ਉਹਨਾਂ ਦੇ ਬਾਰੇ ਅਸੀਂ ਕਦੇ ਸੋਚਦੇ ਵੀ ਨਹੀਂ ਹੈਗੇ। God says, ਪਰਮੇਸ਼ਰ ਨੇ ਕਿਹਾ it is the right time ਸਹੀ ਸਮਾਂ ਹੈਗਾ now ਹੁਣ, to use your energy, your resources, ਹੁਣ ਆਪਣੀ ਤਾਕਤ ਦਾ, ਆਪਣੀ ਅਖਲਾਕਾਤ ਦਾ ਤੁਸੀਂ ਇਸਤੇਮਾਲ ਕਰੋ to build his church. ਕਿ ਮੇਰੀ ਮੰਡਲੀ ਬਣਾਉਣ ਦੇ For ਲਈ। some of you,
ਤੁਹਾਡੇ ਲਈ ਕਈਆਂ This ਲਈ may be your final 5, 10, 15 years of your life. ਹੋ ਸਕਦਾ ਕਈ ਸਾਡਿਆਂ ਦੇ ਲਈ, ਸਾਡੇ ਵਿੱਚੋਂ ਕਈਆਂ ਦੇ ਲਈ ਅਖੀਰਲੇ ਸਾਡੇ ਸਾਲ 5 ਸਾਲ 10 ਸਾਲ ਅਖੀਰਲੇ ਸਾਡੀ ਜ਼ਿੰਦਗੀ ਦੇ ਦਿਨ ਹੈਗੇ ਆ। For some of you who are younger, ਜਿਹੜੇ ਜਵਾਨ ਹੈਗੇ ਸਾਡੇ ਵਿਚਕਾਰ, these may be the best years of your life when you have youth on your side and strength. ਇਹ ਤੁਹਾਡੀ ਜ਼ਿੰਦਗੀ ਦੇ ਸਭ ਤੋਂ ਬਿਹਤਰੀਨ ਸਾਲ ਹੈਗੇ ਆ ਜਦੋਂ ਕਿ ਜੋਸ਼ ਔਰ ਤਾਕਤ ਤੁਹਾਡੇ ਵਿੱਚ ਹੈਗੀ ਹੈ ਇਸ ਉਮਰ ਦੇ ਵਿੱਚ। So God says to you, ਪ੍ਰਭੂ ਕਹਿੰਦੇ ਤੁਹਾਨੂੰ, as it says in Haggai chapter 1 verse 8, ਜਿੱਦਾਂ ਹਜਾਈ 1 ਚੈਪਟਰ 8ਵੇਂ ਵਿੱਚ ਲਿਖਿਆ ਹੈਗਾ, go up to the mountain, ਪਹਾੜਾਂ ਵੱਲ ਜਾਓ, bring the wood, ਲੱਕੜੀ ਲੈ ਕੇ ਆਓ, start to build the temple. ਪ੍ਰਭੂ ਦਾ ਘਰ ਬਣਾਉਣਾ ਸ਼ੁਰੂ ਕਰੋ, Be active. ਕਰੋ ਕੁਛ, Don't shut your ears. ਆਪਣੇ ਕੰਨ ਨਾ ਬੰਦ ਕਰੋ। It's time to build again. ਵਕਤ ਆ ਗਿਆ ਦੁਬਾਰਾ ਬਣਾਉਣ ਦਾ। Get your priorities right. ਆਪਣਾ ਤੁਸੀਂ ਸੋਚ ਸਹੀ ਕਰੋ, Don't waste your life, ਜ਼ਿੰਦਗੀ ਖਰਾਬ ਨਾ ਕਰੋ। knowing that God will strengthen us. ਜਾਣੋ ਕਿ ਪਰਮੇਸ਼ਰ ਸਾਨੂੰ ਤਕੜਾ ਕਰੂਗਾ, And God will be with us ਪ੍ਰਭੂ ਸਾਡੇ ਨਾਲ ਹੋਊਗਾ to build once again. ਬਣਾਉਣ ਦੇ ਲਈ ਆਪਣੀ ਹੈਕਲ ਨੂੰ। Amen. ਆਮੀਨ। Let's have our final hymn, after which we'll close in prayer. ਹੁਣ ਅਸੀਂ ਅਖੀਰਲਾ ਗੀਤ ਗਾਵਾਂਗੇ, ਜਿਸ ਤੋਂ ਬਾਅਦ ਅਸੀਂ ਫਿਰ ਪ੍ਰਾਰਥਨਾ ਵਿੱਚ ਆਵਾਂਗੇ। Let's now close in prayer. ਅਸੀਂ ਮੀਟਿੰਗ ਪ੍ਰਾਰਥਨਾ ਵਿੱਚ ਬੰਦ ਕਰੀਏ। Father, we thank you for the challenge and the encouragement your word gives to us through the book of Haggai. ਪਿਤਾ ਧੰਨਵਾਦ ਕਰਦੇ ਕਿ ਹਜਾਈ ਦੀ ਕਿਤਾਬ ਦੇ ਦੁਆਰਾ ਤੁਹਾਡਾ ਵਚਨ ਜੋ ਸਾਨੂੰ ਚੁਣੌਤੀ ਔਰ ਜੋ ਸਾਨੂੰ ਹੌਸਲਾ ਦਿੰਦਾ। Lord, we are called to
to get our priorities right, ਸਾਨੂੰ ਕਿਹਾ ਗਿਆ ਕਿ ਅਸੀਂ ਆਪਣੇ ਕੰਮਾਂ ਨੂੰ ਸਹੀ ਕਰੀਏ, ਆਪਣੇ ਆਪ ਨੂੰ ਸਹੀ ਕਰੀਏ, to build your kingdom. ਤੁਹਾਡੇ ਰਾਜ ਨੂੰ ਬਣਾਈਏ। Lord, to know that you are with us as we do. ਅਸੀਂ ਜਾਣੀਏ ਕਿ ਤੁਸੀਂ ਸਾਡੇ ਨਾਲ ਹੈਗੇ ਜੋ ਅਸੀਂ ਕਰਦੇ ਹਾਂ। Lord, as we come back to church, ਪ੍ਰਭੂ ਜਦੋਂ ਮੁੜ ਕੇ ਅਸੀਂ ਮੰਡਲੀ ਵਿੱਚ ਆਉਂਦੇ ਹਾਂ, we pray that, Lord, the year away that we've had ਜਿਹੜਾ ਸਾਲ ਪ੍ਰਭੂ ਜੀ ਅਸੀਂ ਤੁਹਾਡੇ ਘਰ ਤੋਂ ਦੂਰ ਰਹੇ ਹੈਗੇ ਹਾਂ, will have searched our hearts, ਉਸ ਦੇ ਵਿੱਚ ਅਸੀਂ ਆਪਣੇ ਦਿਲਾਂ ਨੂੰ ਖੋਜਿਆ ਹੋਵੇ, ਪਰਖਿਆ ਹੋਵੇ, that, Lord, we would reset the spiritual button, ਅਸੀਂ ਰੂਹਾਨੀ ਤੌਰ ਤੇ ਆਪਣੇ ਆਪ ਨੂੰ ਫਿਰ ਦੁਬਾਰਾ ਤਿਆਰ ਕਰੀਏ, so that, Lord, we may glorify our Savior, ਕਿ ਆਪਣੇ ਮੁਕਤੀ ਦਾਤਾ ਦੀ ਹਮਦ ਤਾਰੀਫ ਕਰ ਸਕੀਏ। in whose name we pray. ਪ੍ਰਭੂ ਯੀਸ਼ੂ ਮਸੀਹ ਮੁਕਤੀ ਦਾਤਾ ਦੇ ਨਾਮ ਵਿੱਚ ਅਸੀਂ ਸਾਰਾ ਕੁਝ ਮੰਗਦੇ ਹਾਂ। Amen. ਆਮੀਨ। Thank you for listening to this message. For further information, visit www.emmanuelhansworth.org.uk.